किताब तूफाना दा शाह असवार शहीद करतार सिंह सराभा। लेखक सरदार अजमेर सिंह। भाग 28वां। आवाज़ भाई गुरजंट सिंह रूपोवाली। फेरू शहर की दुखदाई घटना। नवीं शुरुआत। बंगालियां नाल दोबारा मेल जोल। दोवां धिरां नूं दवल्ले फैदे अते धार्मिक पक्ष। वाहिगुरू जी का खालसा वाहिगुरू जी की फतेह। तयशुदा प्रोग्राम अनुसार मालवे दुआबे दे गदरी 26 नवंबर की रात ਨੂੰ ਵੱਡੀ ਗਿਣਤੀ ਵਿੱਚ ਫਿਰੋਜ਼ਪੁਰ ਤੋਂ ਬਾਹਰ ਮਿੱਥੇ ਸਥਾਨ ਤੇ ਇਕੱਤਰ ਹੋਏ। ਉਹ ਲਾਹੌਰ ਛਾਉਣੀ ਉੱਤੇ ਹੋਣ ਵਾਲੇ ਹਮਲੇ ਬਾਰੇ ਸੁਨੇਹੇ ਦੀ ਉਡੀਕ ਕਰ ਰਹੇ ਸਨ। ਜਦੋਂ ਉਹਨਾਂ ਨੂੰ ਉੱਥੋਂ ਮਾੜਾ ਸੁਨੇਹਾ ਮਿਲਿਆ ਤਾਂ ਉਹ ਸੋਚੀ ਪੈ ਗਏ। ਇਸੇ ਦੌਰਾਨ ਬਾਬਾ ਨਿਧਾਨ ਸਿੰਘ ਚੋਗਾ ਨੇ ਦੱਸਿਆ ਕਿ ਫਿਰੋਜ਼ਪੁਰ ਦੀ ਇੱਕ ਪਠਾਨ ਰੈਜੀਮੈਂਟ ਨੇ ਉਹਨਾਂ ਨਾਲ 30 ਨਵੰਬਰ ਨੂੰ ਹਥਿਆਰ ਦੇਣ ਦਾ ਵਾਅਦਾ ਕੀਤਾ ਹੈ। ਨੋਟ: 30 ਨਵੰਬਰ ਨੂੰ ਹੀ ਭਾਈ ਕਰਤਾਰ ਸਿੰਘ ਸਰਾਭਾ ਨੇ ਜਲੰਧਰ ਵਿਖੇ ਸਾਨੇਵਾਲ ਨਾਲ ਅਗਲੇ ਦਿਨ 1 ਦਸੰਬਰ ਨੂੰ ਰੇਲਵੇ ਸਟੇਸ਼ਨ ਤੇ ਮਿਲਣ ਦਾ ਵਾਅਦਾ ਕੀਤਾ ਸੀ। ਪਰ ਜਿਵੇਂ ਪਿੱਛੇ ਅਸੀਂ ਕਾਂਡ ਵਿੱਚ ਦਰਸਾਇਆ ਗਿਆ ਹੈ ਕਿ ਸਰਾਭਾ ਵਾਅਦੇ ਮੁਤਾਬਕ 1 ਦਸੰਬਰ ਨੂੰ ਮਿਥੀ ਜਗ੍ਹਾ ਤੇ ਨਹੀਂ ਪਹੁੰਚਿਆ ਸੀ। ਇੱਕ ਸੰਭਾਵਨਾ ਇਹ ਹੋ ਸਕਦੀ ਹੈ ਕਿ ਉਹ ਪਠਾਨ ਰੈਜੀਮੈਂਟ ਕੋਲੋਂ ਹਥਿਆਰਾਂ ਬਾਰੇ ਪਤਾ ਕਰਨ ਲਈ 30 ਨਵੰਬਰ ਨੂੰ ਜਲੰਧਰ ਤੋਂ ਫਿਰੋਜ਼ਪੁਰ ਚਲਾ ਗਿਆ ਹੋਵੇ ਅਤੇ ਉੱਥੋਂ ਕਿਸੇ ਕਾਰਨ ਕਰਕੇ ਅਗਲੇ ਦਿਨ ਜਲੰਧਰ ਮਿੱਥੇ ਸਮੇਂ ਤੇ ਨਾ ਪਹੁੰਚ ਸਕਿਆ ਹੋਵੇ, ਕਿਉਂਕਿ ਉਸ ਸਮੇਂ ਸਰਾਭੇ ਲਈ ਹਥਿਆਰਾਂ ਦਾ ਮਸਲਾ ਸਭ ਤੋਂ ਪ੍ਰਮੁੱਖ ਬਣਿਆ ਹੋਇਆ ਸੀ। ਇਸ ਕਿਸਮ ਦੇ ਵੱਡੇ ਕਾਰਨ ਤੋਂ ਬਿਨਾਂ ਉਹ ਸਾਨੇਵਾਲ ਨਾਲ ਮਿਲਣ ਤੋਂ ਖੁੰਝਣ ਦੀ ਕੁਤਾਹੀ ਨਹੀਂ ਕਰ ਸਕਦਾ ਸੀ। ਇਸ ਕਰਕੇ ਉਹਨਾਂ ਸੋਚਿਆ ਕਿ ਹਥਿਆਰਾਂ ਦੇ ਮਿਲਣ ਉਪਰੰਤ ਹੀ ਹਮਲੇ ਦੀ ਨਵੀਂ ਤਾਰੀਖ ਬਾਰੇ ਫੈਸਲਾ ਕਰਨਾ ਬਿਹਤਰ ਹੋਵੇਗਾ। ਇਸ ਤਰ੍ਹਾਂ ਝਾੜ ਸਾਹਿਬ ਵਿਖੇ ਇਕੱਤਰ ਹੋਏ ਗਦਰੀਆਂ ਵਾਂਗ ਹੀ ਇਹਨਾਂ ਇਨਕਲਾਬੀਆਂ ਵੀ ਉੱਥੋਂ ਖਿੰਡ ਜਾਣ ਦਾ ਫੈਸਲਾ ਕਰ ਲਿਆ। ਅਗਲੇ ਦਿਨ 27 ਨਵੰਬਰ ਨੂੰ ਬਾਬਾ ਨਿਧਾਨ ਸਿੰਘ ਚੁੱਗਾ ਤੇ ਕਰਤਾਰ ਸਿੰਘ ਸਰਾਭਾ ਸਮੇਤ ਬਹੁਤ ਸਾਰੇ ਗਦਰੀ ਵਾਪਸ ਮੋਗੇ ਤੇ ਲੁਧਿਆਣੇ ਜਾਣ ਲਈ ਤੜਕਸਾਰ ਰੇਲ ਗੱਡੀ ਵਿੱਚ ਚੜ੍ਹ ਗਏ। 1.5 ਦਰਜਨ ਦੇ ਕਰੀਬ ਜਿਹੜੇ ਗਦਰੀ ਕਿਸੇ ਕਾਰਨ ਗੱਡੀ ਚੜ੍ਹਨੋਂ ਖੁੰਝ ਗਏ ਸਨ, ਉਹਨਾਂ ਨੇ ਮੋਗੇ ਜਾਣ ਲਈ 3-4 ਟਾਂਗੇ ਲਏ। ਉਹਨਾਂ ਨੇ ਮਨ ਬਣਾ ਲਿਆ ਸੀ ਕਿ 2-3 ਪਹਿਲਾਂ ਵੇਲੇ ਇੱਧਰ ਉੱਧਰ ਫਿਰਨ ਦੀ ਬਜਾਏ ਮੋਗੇ ਜਾ ਕੇ ਸਰਕਾਰੀ ਖਜ਼ਾਨਾ ਲੁੱਟਣ ਦਾ ਯਤਨ ਕੀਤਾ ਜਾਵੇ। ਬਦਕਿਸਮਤੀ ਨਾਲ ਉਸੇ ਦਿਨ ਫਿਰੋਜ਼ਪੁਰ ਜ਼ਿਲ੍ਹੇ ਦੀ ਪੁਲਿਸ ਦੇ ਕਪਤਾਨ ਨੇ ਉਸ ਇਲਾਕੇ ਦਾ ਦੌਰਾ ਰੱਖਿਆ ਹੋਇਆ ਸੀ, ਜਿਸ ਕਰਕੇ ਫੇਰੂ ਸ਼ਹਿਰ ਲਾਗੇ ਨਹਿਰ ਤੇ ਮਿਸ਼ਰੀ ਵਾਲੇ ਦੇ ਪੁਲ ਉੱਤੇ ਇਲਾਕੇ ਦਾ ਥਾਣੇਦਾਰ ਬਿਸ਼ਾਰਤ ਅਲੀ ਪੁਲਿਸ ਦੇ ਦਸਤੇ ਸਮੇਤ ਪਹਿਰਾ ਦੇ ਰਿਹਾ ਸੀ। ਦਸਤੂਰ ਮੁਤਾਬਕ ਇਲਾਕੇ ਦਾ ਜੈਲਦਾਰ ਜਵਾਲਾ ਸਿੰਘ, ਨੰਬਰਦਾਰ ਤੇ ਹੋਰ ਮੋਹਤਬਰ ਵਿਅਕਤੀ ਵੀ ਮੌਕੇ ਤੇ ਹਾਜ਼ਰ ਸਨ। ਜੈਲਦਾਰ ਨੇ ਜਦੋਂ 3-4 ਟਾਂਗੇ ਇਕੱਠੇ ਆਉਂਦੇ ਵੇਖੇ ਤਾਂ ਉਸ ਨੂੰ ਟਾਂਗਿਆਂ ਵਿੱਚ ਸਵਾਰ ਲੋਕ ਕੁਝ ਓਪਰੇ ਜਿਹੇ ਲੱਗੇ। ਉਸ ਦੇ ਕਹਿਣ ਤੇ ਪੁਲਿਸ ਨੇ ਟਾਂਗੇ ਡੱਕ ਲਏ ਤੇ ਸਵਾਰੀਆਂ ਨੂੰ ਹੇਠਾਂ ਉਤਰਨ ਦਾ ਹੁਕਮ ਦਿੱਤਾ। ਥਾਣੇਦਾਰ ਨੇ ਆਤਨ ਖਰਵੇ ਅੰਦਾਜ਼ ਵਿੱਚ ਸਵਾਰੀਆਂ ਕੋਲੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਕਿਸੇ ਗੱਲੋਂ ਭਾਈ ਰਹਿਮਤ ਅਲੀ ਨੂੰ ਬੇਵਕੂਫੀ ਨਾਲ ਲੱਫੜ ਮਾਰ ਦਿੱਤਾ। ਇਸ ਨਾਲ ਗਦਰੀਆਂ ਦਾ ਸਵੈਮਾਨ ਅਜਿਹਾ ਜ਼ਖਮੀ ਹੋਇਆ ਕਿ ਭਾਈ ਗਾਂਧਾ ਸਿੰਘ ਨੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਥਾਣੇਦਾਰ ਦੇ ਸਿਰ ਵਿੱਚ ਦੀ ਗੋਲੀ ਲੰਘਾ ਦਿੱਤੀ। ਜੈਲਦਾਰ ਥਾਣੇਦਾਰ ਦਾ ਬਚਾਅ ਕਰਨ ਲਈ ਅੱਗੇ ਵਧਿਆ ਤਾਂ ਗਾਂਧਾ ਸਿੰਘ ਨੇ ਲੱਗਦੇ ਹੱਥ ਦੂਜੀ ਗੋਲੀ ਉਸ ਦੀ ਹੈਂਕੜ ਨਾਲ ਫੁੱਲੀ ਹਿੱਕ ਵਿੱਚ ਠੋਕ ਦਿੱਤੀ। ਜੈਲਦਾਰ ਥਾਂਏ ਢੇਰੀ ਹੋ ਗਿਆ। ਉਸ ਦੇ ਮੂੰਹੋਂ ਹਾਏ ਵੀ ਨਾ ਨਿਕਲ ਸਕੀ। ਇਸ ਤਰ੍ਹਾਂ ਅੱਖ ਦੇ ਪਲਕਾਰੇ ਵਿੱਚ ਹੀ ਨਹਿਰ ਦੇ ਪੁਲ ਤੇ ਵੱਡਾ ਸਾਕਾ ਵਾਪਰ ਗਿਆ। ਅੰਗਰੇਜ਼ ਹਕੂਮਤ ਦੇ 2 ਬਾਵਕਰ ਪੁਰਜਿਆਂ ਦੇ ਕਤਲ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ। ਕਪਤਾਨ ਨੇ ਫੁਰਤੀ ਨਾਲ ਪੁਲਿਸ ਦੀ ਹੋਰ ਕੁਮਕ ਬੁਲਾ ਲਈ। ਸਰਕਾਰੀ ਪਿੱਠੂਆਂ ਨੇ ਲੋਕਾਂ ਦਾ ਹਜੂਮ ਇਕੱਠਾ ਕਰ ਲਿਆ। ਬਹੁਤ ਸਾਰੇ ਗਦਰੀ ਤਾਂ ਮੌਕਾ ਤਾੜ ਕੇ ਇੱਧਰ ਉੱਧਰ ਖਿਸਕ ਜਾਣ ਵਿੱਚ ਕਾਮਯਾਬ ਹੋ ਗਏ ਸਨ, ਪਰ 10 ਇਨਕਲਾਬੀ ਲੁਕਣ ਦੀ ਮਨਸ਼ਾ ਨਾਲ ਲੋਕਾਂ ਦੀਆਂ ਨਜ਼ਰਾਂ ਦੇ ਸਾਹਮਣੇ ਹੀ ਨਹਿਰ ਦੇ ਕੰਢੇ ਸੰਘਣੇ ਸਰਕੜਿਆਂ ਵਿੱਚ ਜਾ ਵੜੇ। ਪੁਲਿਸ ਨੇ ਲੋਕਾਂ ਦੀ ਮਦਦ ਨਾਲ ਸਰਕੜਿਆਂ ਦੁਆਲੇ ਘੇਰਾ ਘੱਤ ਲਿਆ ਅਤੇ ਇਨਕਲਾਬੀਆਂ ਨੂੰ ਬਾਹਰ ਨਿਕਲਣ ਲਈ ਲਲਕਾਰਿਆ। ਗਦਰੀਆਂ ਨੇ ਅੱਗੋਂ ਗੋਲੀਆਂ ਚਲਾ ਦਿੱਤੀਆਂ, ਪਰ ਉਹਨਾਂ ਕੋਲ ਸਿਰਫ ਕੁਝ ਕੁ ਪਿਸਤੌਲ ਹੀ ਸਨ, ਜਿਹੜੇ ਪੁਲਿਸ ਦੀਆਂ ਰਾਈਫਲਾਂ ਦਾ
ਮੁਕਾਬਲਾ ਨਹੀਂ ਕਰ ਸਕਦੇ ਸਨ, ਪਰ ਫਿਰ ਵੀ ਇਨਕਲਾਬੀਆਂ ਨੇ ਬਾਹਰ ਨਿਕਲਣ ਤੋਂ ਇਨਕਾਰ ਕਰ ਦਿੱਤਾ ਅਤੇ ਕਾਫੀ ਚਿਰ ਆਪਣੇ ਵਿੱਤ ਮੁਤਾਬਕ ਮੁਕਾਬਲਾ ਕਰਦੇ ਰਹੇ। ਪੁਲਿਸ ਨੇ ਹੋਰ ਕੋਈ ਵਾਹ ਨਾ ਚੱਲਦੀ ਵੇਖ ਕੇ ਸਰਕੜਿਆਂ ਨੂੰ ਅੱਗ ਲਾ ਦਿੱਤੀ, ਜਿਸ ਨਾਲ ਗਦਰੀਆਂ ਨੂੰ ਬਾਹਰ ਨਿਕਲਣ ਲਈ ਮਜਬੂਰ ਹੋਣਾ ਪੈ ਗਿਆ। ਇਸ ਤਰ੍ਹਾਂ ਦੋ ਗਦਰੀ ਧਿਆਨ ਸਿੰਘ ਬਗਸੀਪੁਰਾ ਤੇ ਚੰਦਾ ਸਿੰਘ ਵੜੈਚ ਜ਼ਿਲ੍ਹਾ ਲੁਧਿਆਣਾ ਤਾਂ ਸਰਕੜਿਆਂ ਵਿੱਚ ਪੁਲਿਸ ਦੀਆਂ ਗੋਲੀਆਂ ਨਾਲ ਮਰੇ ਹੋਏ ਹੀ ਮਿਲੇ, ਪਰ 7 ਜਣੇ ਜਿਉਂਦੇ ਫੜ ਲਏ ਗਏ, ਜਿਨ੍ਹਾਂ ਵਿੱਚ ਪੰਡਿਤ ਕਾਂਸ਼ੀਰਾਮ, ਭਾਈ ਜੀਵਨ ਸਿੰਘ ਦੌਲੇ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ, ਭਾਈ ਰਹਿਮਤ ਅਲੀ ਵਜੀਦਕੇ, ਭਾਈ ਲਾਲ ਸਿੰਘ ਸਹਿਬਿਆਣਾ, ਭਾਈ ਜਗਤ ਸਿੰਘ ਬਿੱਜਲ ਤੇ ਭਾਈ ਬਖਸ਼ੀਸ਼ ਸਿੰਘ ਖਾਨਪੁਰ ਸ਼ਾਮਲ ਸਨ। ਭਾਈ ਗਾਂਧਾ ਸਿੰਘ ਕਿਸੇ ਸੰਘਣੇ ਦਰਖਤ ਉੱਤੇ ਚੜ੍ਹ ਗਏ ਸਨ ਅਤੇ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਗਏ ਸਨ। ਮੌਕੇ ਤੇ ਗ੍ਰਿਫਤਾਰ ਕੀਤੇ ਗਏ 7 ਹੀ ਇਨਕਲਾਬੀਆਂ ਉੱਤੇ ਕਾਲੀ ਨਾਲ ਮੁਕੱਦਮਾ ਚਲਾ ਕੇ ਛੇਤੀ ਹੀ ਫਾਂਸੀ ਚਾੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਪੰਡਿਤ ਕਾਂਸ਼ੀਰਾਮ ਦੀ ਗ੍ਰਿਫਤਾਰੀ ਤੋਂ ਬਾਅਦ ਭਾਈ ਕਰਤਾਰ ਸਿੰਘ ਸਰਾਭਾ ਉਸ ਦੇ ਪਰਿਵਾਰ ਨੂੰ ਦਿਲਾਸਾ ਦੇਣ ਤੇ ਪਿੰਡ ਦੇ ਲੋਕਾਂ ਨੂੰ ਕਾਂਸ਼ੀਰਾਮ ਦੇ ਆਦਰਸ਼ਾਂ ਤੋਂ ਜਾਣੂ ਕਰਾਉਣ ਲਈ ਇੱਕ ਦਿਨ ਉਸ ਦੇ ਘਰ ਗਿਆ ਸੀ। ਉਸ ਦੇ ਮਾਤਾ ਪਿਤਾ ਨਾਲ ਕਾਫੀ ਚਿਰ ਗੱਲਾਂ ਬਾਤਾਂ ਕੀਤੀਆਂ ਸਨ। ਮੜੌਲੀ ਪਿੰਡ ਦੇ ਪੰਡਿਤ ਸ਼ਾਦੀ ਰਾਮ ਨੇ ਲਗਭਗ 60 ਸਾਲਾਂ ਬਾਅਦ ਪੰਡਿਤ ਕਾਂਸ਼ੀਰਾਮ ਦੀ ਜੀਵਨੀ ਲਿਖਣ ਦੇ ਮੰਤਵ ਨਾਲ ਉਸ ਦੇ ਪਿੰਡ ਪਹੁੰਚੇ ਲੇਖਕ HS ਦਲਗੀਰ ਨਾਲ ਉਸ ਵੇਲੇ ਦੀ ਗੱਲ ਕਰਦਿਆਂ ਦੱਸਿਆ ਕਿ ਕਾਂਸ਼ੀਰਾਮ ਦੇ ਕੈਦ ਹੋ ਜਾਣ ਮਗਰੋਂ ਇੱਕ ਦਿਨ ਕਰਤਾਰ ਸਿੰਘ ਸਰਾਭਾ ਆਪਣੇ 2-3 ਹੋਰ ਸਾਥੀਆਂ ਨਾਲ ਇੱਥੇ ਆਇਆ। ਸਾਰੇ ਪਿੰਡ ਦੇ ਲੋਕਾਂ ਨੂੰ ਇਕੱਠਾ ਕਰਕੇ ਉਸਨੇ ਲੈਕਚਰ ਦਿੱਤਾ। ਉਸਨੇ ਕਿਹਾ ਕਿ ਇਸ ਪਿੰਡ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਪੰਡਿਤ ਕਾਂਸ਼ੀਰਾਮ ਜੈਸਾ ਦੇਸ਼ ਭਗਤ ਇੱਥੇ ਪੈਦਾ ਹੋਇਆ। ਸਾਨੂੰ ਉਸ ਦਿਨ ਪਹਿਲੀ ਵਾਰ ਪਤਾ ਲੱਗਾ ਕਿ ਕਾਂਸ਼ੀਰਾਮ ਦੇਸ਼ ਆਜ਼ਾਦ ਕਰਾਉਣ ਵਾਸਤੇ ਅੰਗਰੇਜ਼ਾਂ ਨਾਲ ਲੜ ਰਿਹਾ ਸੀ। ਸਰਾਭੇ ਨੇ ਥੋੜੇ ਜਿਹੇ ਸ਼ਬਦਾਂ ਵਿੱਚ ਦੱਸਿਆ ਕਿ ਉਹ ਸਾਰੇ ਜਣੇ ਅੰਗਰੇਜ਼ਾਂ ਨੂੰ ਕੱਢ ਕੇ ਹੀ ਸਾਹ ਲੈਣਗੇ ਅਤੇ ਕਾਂਸ਼ੀਰਾਮ ਦੇਸ਼ ਵਾਸਤੇ ਹੀ ਜਾਨ ਦੀ ਬਾਜ਼ੀ ਲਾ ਰਿਹਾ ਹੈ। ਅਸੀਂ ਉਸ ਵੇਲੇ ਛੋਟੀ ਉਮਰ ਦੇ ਸੀ। ਸਾਡੇ ਉੱਤੇ ਸਰਾਭੇ ਦੇ ਲੈਕਚਰ ਦਾ ਬੜਾ ਅਸਰ ਹੋਇਆ। ਸਰਾਭਾ ਨੇ ਉਸ ਵੇਲੇ ਖਾਕੀ ਕੱਪੜੇ ਪਹਿਨੇ ਹੋਏ ਸਨ। ਇਸ ਤਰ੍ਹਾਂ ਪਾਰਟੀ ਵੱਲੋਂ ਥੋੜੀ ਕਾਹਲੀ ਵਿੱਚ ਤੇ ਕੱਚੇ ਪੈਰੀਂ ਬਗਾਵਤ ਕਰਨ ਦੇ ਕੀਤੇ ਗਏ ਯਤਨ ਬੜੇ ਨੁਕਸਾਨਦੇਹ ਸਾਬਤ ਹੋਏ। ਬਹੁਤ ਹੀ ਨਾਜ਼ੁਕ ਮੌਕੇ ਤੇ ਪੰਡਿਤ ਕਾਂਸ਼ੀਰਾਮ ਵਰਗੇ ਹੋਣਹਾਰ ਆਗੂ ਸਮੇਤ 8 ਹੋਰ ਧੜੱਲੇਦਾਰ ਇਨਕਲਾਬੀਆਂ ਦੀਆਂ ਕੀਮਤੀ ਜਾਨਾਂ ਅਜਾਈਂ ਚਲੀਆਂ ਗਈਆਂ। ਉਦੋਂ ਤੱਕ ਅੰਗਰੇਜ਼ ਸਰਕਾਰ ਨੂੰ ਗਦਰੀ ਖਤਰੇ ਦੀ ਗੰਭੀਰਤਾ ਦਾ ਪੂਰਾ ਅਹਿਸਾਸ ਨਹੀਂ ਹੋਇਆ ਸੀ, ਪਰ ਮਿਸ਼ਰੀ ਵਾਲੇ ਦੇ ਪੁਲ ਤੇ ਵਾਪਰੇ ਖੂਨੀ ਸਾਕੇ ਨੇ ਸਰਕਾਰ ਨੂੰ ਇੱਕਦਮ ਚੌਕੰਨੇ ਕਰ ਦਿੱਤਾ, ਜਿਸ ਨਾਲ ਗਦਰੀ ਇਨਕਲਾਬੀਆਂ ਦੇ ਮੁਸ਼ਕਲਾਂ ਹੋਰ ਵੱਧ ਗਈਆਂ ਸਨ। ਗਦਰ ਪਾਰਟੀ ਦੀ ਥਾਂ ਕੋਈ ਹੋਰ ਪਾਰਟੀ ਹੁੰਦੀ ਤਾਂ ਇਸ ਝਟਕੇ ਨਾਲ ਬੁਰੀ ਤਰ੍ਹਾਂ ਮਧੂਲੀ ਜਾਣੀ ਸੀ। ਲਹਿਰ ਦੀਆਂ ਸਫਾਂ ਅੰਦਰ ਦਿਲਗੀਰੀ ਛਾ ਜਾਣੀ ਸੀ ਅਤੇ ਆਗੂਆਂ ਨੇ ਹੋਏ ਨੁਕਸਾਨ ਲਈ ਇੱਕ ਦੂਜੇ ਨੂੰ ਕੋਸਣਾ ਸ਼ੁਰੂ ਕਰ ਦੇਣਾ ਸੀ, ਜਿਸ ਨਾਲ ਪਾਰਟੀ ਅੰਦਰ ਆਪਸੀ ਬੇਇਤਫਾਕੀ, ਦੂਸ਼ਣਬਾਜ਼ੀ ਤੇ ਟੁੱਟ ਭੱਜ ਦਾ ਕੁਲਹਿਣਾ ਅਮਲ ਛਿੜ ਪੈਣਾ ਸੀ। ਪਰ ਗਦਰੀ ਖਾਸ ਮਿੱਟੀ ਦੇ ਬਣੇ ਹੋਏ ਸਨ। ਉਹਨਾਂ ਦੇ ਜਿਗਰੇ ਫੌਲਾਦ ਦੇ ਸਨ। ਉਹਨਾਂ ਨੇ ਮੁਸ਼ਕਲਾਂ ਤੇ ਸ਼ਹਾਦਤਾਂ ਦਾ ਰਾਹ ਕਿਸੇ ਵਕਤੀ ਜੋਸ਼ ਉਬਾਲੇ ਚੋਂ ਨਹੀਂ ਚੁਣਿਆ ਸੀ। ਉਹ ਆਤਮਿਕ ਤੌਰ ਤੇ ਜਾਗਰੂਕ ਹੋਏ ਲੋਕ ਸਨ, ਜਿਹੜੇ ਦੁਨੀਆ ਦੇ ਕੁੱਲ ਡਰਾਂ ਤੇ ਲਾਲਚਾਂ ਤੋਂ ਸੁਰਖਰੂ ਹੋ ਚੁੱਕੇ ਸਨ। ਉਹਨਾਂ ਦੀਆਂ ਆਤਮਾਵਾਂ ਨਿਰਮਲ ਹੋ ਗਈਆਂ ਸਨ, ਦ੍ਰਿਸ਼ਟੀ ਸ਼ੁੱਧ ਹੋ ਗਈ ਸੀ, ਜਿਸ ਕਰਕੇ ਉਹਨਾਂ ਦਾ ਦੁੱਖਾਂ ਤੇ ਸੁੱਖਾਂ ਅਤੇ ਜਿੱਤਾਂ ਤੇ ਹਾਰਾਂ ਬਾਰੇ ਨਜ਼ਰੀਆ ਬਿਲਕੁਲ ਬਦਲ ਗਿਆ ਸੀ। ਉਹ ਗੁਰਮਤਿ ਦੇ ਪ੍ਰੇਮੀ ਤੇ ਗੁਰਬਾਣੀ ਦੇ ਰਸੀਏ ਸਨ। ਉਹਨਾਂ ਅੰਦਰ ਭਾਣੇ ਵਿੱਚ ਰਹਿਣ ਦੀ ਨਿਸ਼ਠਾ ਪੈਦਾ ਹੋ ਗਈ ਸੀ। ਉਹ ਮੁਸ਼ਕਲ ਤੋਂ ਮੁਸ਼ਕਲ ਘੜੀਆਂ ਵਿੱਚ ਵੀ ਚੜ੍ਹਦੀ ਕਲਾ ਵਿੱਚ ਰਹਿਣ ਦੇ ਅਭਿਆਸੀ ਬਣ ਗਏ ਸਨ। ਇੰਨੀ ਵੱਡੀ ਸੱਟ ਤੇ ਪਛਾੜ ਤੋਂ ਬਾਅਦ ਵੀ ਉਹਨਾਂ ਨੇ ਹੌਸਲੇ ਨਹੀਂ ਛੱਡੇ ਸਨ। ਉਹਨਾਂ ਨੇ ਇਸ ਤੋਂ ਸਬਕ ਲੈ ਕੇ ਆਪਣੀਆਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਨ ਅਤੇ ਅਗਲੇ ਕਦਮ ਵੱਲ ਤਿਆਰੀ ਤੇ ਮਜ਼ਬੂਤੀ ਨਾਲ ਪੁੱਟਣ ਦਾ ਨਿਰਣਾ ਕਰ ਲਿਆ ਸੀ। ਝਾੜ ਸਾਹਿਬ ਵਿਖੇ ਦਿਲ ਤੋੜ ਦੇਣ ਵਾਲੀ ਨਿਰਾਸ਼ਾ ਅਤੇ ਮਿਸ਼ਰੀ ਵਾਲੇ ਦੇ ਪੁਲ ਤੇ ਵਾਪਰੀ ਤਰਾਸਦਿਕ ਘਟਨਾ ਦੇ 2 ਦਿਨਾਂ ਬਾਅਦ ਹੀ 30 ਨਵੰਬਰ ਨੂੰ ਭਾਈ ਕਰਤਾਰ ਸਿੰਘ ਸਰਾਭਾ ਦੀ ਸਚਿੰਦਰ ਨਾਥ ਸਾਨਿਆਲ ਨਾਲ ਪਲੇਠੀ ਮਿਲਣੀ ਹੋਈ ਸੀ। ਉਹਨਾਂ ਨੇ ਜਲੰਧਰ ਵਿਖੇ ਲੰਮੀ ਗੱਲਬਾਤ ਕੀਤੀ ਸੀ, ਪਰ ਉਸ ਸਮੁੱਚੇ ਵਾਰਤਾਲਾਪ ਦੌਰਾਨ
ਸਚਿੰਦਰ ਨਾਥ ਨੂੰ ਕਿਤੋਂ ਵੀ ਸਰਾਭੇ ਦੇ ਚਿਹਰੇ ਜਾਂ ਗੱਲਬਾਤ ਤੋਂ ਮਾਯੂਸੀ ਦੀ ਰਤਾ ਭਰ ਵੀ ਝਲਕ ਨਹੀਂ ਪਈ ਸੀ। ਇਸ ਦੇ ਬਿਲਕੁਲ ਉਲਟ, ਜਿਵੇਂ ਕਿ ਪਿਛਲੇ ਕਾਂਡ ਵਿੱਚ ਦਰਸਾਇਆ ਗਿਆ ਹੈ, ਸਾਨੇਵਾਲ ਕਰਤਾਰ ਸਿੰਘ ਸਰਾਭਾ ਦੇ ਆਤਮ ਵਿਸ਼ਵਾਸ ਤੋਂ ਬੇਹੱਦ ਪ੍ਰਭਾਵਿਤ ਹੋਇਆ ਸੀ। ਸਰਾਭੇ ਦੇ ਬੁਲੰਦ ਹੌਸਲੇ, ਪ੍ਰਚੰਡ ਜੋਸ਼ ਤੇ ਮਗ ਦੇ ਉਤਸ਼ਾਹ ਨੂੰ ਵੇਖ ਕੇ ਉਹ ਇਹ ਕਲਪਨਾ ਵੀ ਨਹੀਂ ਕਰ ਸਕਦਾ ਸੀ ਕਿ ਅਜੇ 2 ਦਿਨ ਪਹਿਲਾਂ ਗਦਰ ਪਾਰਟੀ ਨਾਲ ਭਾਰੀ ਮੰਦ ਹੋਣੀ ਵਾਪਰੀ ਸੀ। ਇਸ ਤੋਂ ਕਰਤਾਰ ਸਿੰਘ ਸਰਾਭਾ ਦੀ ਲਾਸਾਨੀ ਸ਼ਖਸੀਅਤ ਪੂਰੀ ਤਰ੍ਹਾਂ ਉਗੜ ਆਉਂਦੀ ਹੈ। ਨਵੀਂ ਸ਼ੁਰੂਆਤ। ਗਦਰੀ ਆਗੂਆਂ ਨੇ ਸਮੁੱਚੇ ਘਟਨਾਕ੍ਰਮ ਦਾ ਲੇਖਾ ਜੋਖਾ ਕਰਨ ਤੋਂ ਬਾਅਦ 2 ਕਾਰਜਾਂ ਨੂੰ ਵਿਸ਼ੇਸ਼ ਤਰਜੀਹ ਦੇਣ ਦਾ ਫੈਸਲਾ ਕੀਤਾ। ਸਭ ਤੋਂ ਪਹਿਲਾਂ ਹਥਿਆਰਾਂ ਦੀ ਘਾਟ ਪੂਰੀ ਕਰਨ ਲਈ ਹੋਰ ਵੱਧ ਕਾਰਗਰ ਕਦਮ ਉਠਾਉਣ ਬਾਰੇ ਸੋਚਿਆ ਗਿਆ। ਸਟੇਸ਼ਨਾਂ ਤੇ ਪੁਲਾਂ ਤੇ ਤਾਇਨਾਤ ਗਾਰਦਾਂ ਕੋਲੋਂ ਰਾਈਫਲਾਂ ਖੋਹਣ ਲਈ ਬੰਬਾਂ ਦੀ ਲੋੜ ਮਹਿਸੂਸ ਕੀਤੀ ਗਈ। ਇਸ ਵਾਸਤੇ ਇੱਕ ਪਾਸੇ ਬੰਗਾਲੀਆਂ ਨਾਲ ਮੇਲ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਤੇਜ਼ੀ ਲਿਆਉਣ ਅਤੇ ਦੂਜੇ ਪਾਸੇ ਆਪਣੇ ਹੀ ਸੋਮਿਆਂ ਨਾਲ ਦੇਸੀ ਬੰਬ ਤਿਆਰ ਕਰਨ ਬਾਰੇ ਫੈਸਲੇ ਕੀਤੇ ਗਏ। ਇਸ ਅਨੁਸਾਰ ਡਾਕਟਰ ਮਥਰਾ ਸਿੰਘ, ਜਿਹਨੂੰ ਬੰਬ ਬਣਾਉਣ ਦੀ ਜੁਗਤ ਆਉਂਦੀ ਸੀ, ਨੂੰ ਬੰਬ ਬਣਾਉਣ ਦਾ ਉਚੇਚਾ ਕਾਰਜ ਸੌਂਪਿਆ ਗਿਆ। ਉਸ ਦੀ ਸਹਾਇਤਾ ਕਰਨ ਲਈ ਭਾਈ ਪਰਮਾਨੰਦ ਝਾਂਸੀ, ਪੰਡਤ ਰਾਮ ਰੱਖਾ ਤੇ ਮੰਡੀ ਰਿਆਸਤ ਦੇ ਹਿਰਦੇ ਰਾਮ ਨੂੰ ਚੁਣਿਆ ਗਿਆ। ਇਨ੍ਹਾਂ 3 ਗੈਰ ਸਿੱਖਾਂ ਦੀ ਚੋਣ ਕਰਨ ਦਾ ਕਾਰਨ ਸ਼ਾਇਦ ਇਹ ਸੀ ਕਿ ਉਸ ਵੇਲੇ ਬੰਬ ਬਣਾਉਣ ਲਈ ਲੋੜੀਂਦੇ ਰਸਾਇਣ ਖਰੀਦਣ ਲਈ ਗੈਰ ਸਿੱਖ ਵੱਧ ਢੁਕਵੇਂ ਸਨ, ਕਿਉਂਕਿ ਗੈਰ ਸਿੱਖਾਂ ਦੀ ਤੁਲਨਾ ਵਿੱਚ ਸਿੱਖਾਂ ਉੱਤੇ ਸ਼ੱਕ ਹੋਣ ਦੀਆਂ ਸੰਭਾਵਨਾਵਾਂ ਜ਼ਿਆਦਾ ਸਨ। ਪਹਿਲਾਂ ਕਰਤਾਰ ਸਿੰਘ ਸਰਾਭਾ ਦੇ ਜਾਣੂ ਵਿਦਿਆਰਥੀਆਂ ਦੀ ਮਦਦ ਨਾਲ ਲੁਧਿਆਣੇ ਦੇ ਨੇੜੇ ਬੱਜੇਵਾਲ ਪਿੰਡ ਵਿੱਚ ਦਲੀਪ ਸਿੰਘ ਦੇ ਘਰ ਬੰਬ ਬਣਾਉਣ ਦਾ ਅੱਡਾ ਕਾਇਮ ਕੀਤਾ ਗਿਆ ਸੀ। ਪਰ ਕੁਝ ਸਮੇਂ ਬਾਅਦ ਜਦੋਂ ਇਹ ਪਤਾ ਲੱਗਾ ਕਿ ਪਿੰਡ ਵਿੱਚ ਇਸ ਦੀ ਖਬਰ ਫੈਲ ਗਈ ਸੀ, ਤਾਂ ਜਨਵਰੀ ਦੇ ਅੰਤ ਵਿੱਚ ਇਹ ਅੱਡਾ ਨਾਭਾ ਰਿਆਸਤ ਦੇ ਪਿੰਡ ਲੋਹਟਬੱਦੀ ਵਿਖੇ ਤਬਦੀਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਬੰਗਾਲੀਆਂ ਨਾਲ ਮੇਲ ਹੋ ਜਾਣ ਦੀ ਸੂਰਤ ਵਿੱਚ ਉਹਨਾਂ ਕੋਲੋਂ ਬੰਬ ਹਾਸਲ ਕਰਨ ਦੇ ਉਪਾਅ ਕੀਤੇ ਗਏ। ਇਸ ਤੋਂ ਇਲਾਵਾ ਗਦਰ ਪਾਰਟੀ ਨਾਲ ਹੋਰ ਵੱਧ ਲੋਕਾਂ ਨੂੰ ਜੋੜਨ ਅਤੇ ਗਦਰ ਪਾਰਟੀ ਦੀ ਹਮਾਇਤ ਲਈ ਤਤਪਰ ਜਥੇਬੰਦ ਸੰਸਥਾਵਾਂ ਨਾਲ ਸਬੰਧ ਹੋਰ ਪੱਕੇ ਕਰਨ ਦੇ ਵੀ ਮਤੇ ਪਗਾਏ ਗਏ। ਇਸ ਪ੍ਰਥਾਏ ਭਾਈ ਰਣਧੀਰ ਸਿੰਘ ਨਾਰੰਗਵਾਲ ਦੇ ਜਥੇ ਨਾਲ ਬਕਾਇਦਾ ਮੇਲ-ਜੋਲ ਰੱਖਣ ਬਾਰੇ ਵਿਚਾਰਾਂ ਹੋਈਆਂ, ਕਿਉਂਕਿ ਫੇਰੂ ਸ਼ਹਿਰ ਦੇ ਕਾਂਡ ਵਿੱਚ ਪਾਰਟੀ ਦੇ ਬਹੁਤ ਸਾਰੇ ਅਹਿਮ ਬੰਦੇ ਨੁਕਸਾਨੇ ਜਾਣ ਤੋਂ ਬਾਅਦ ਫਿਰੋਜ਼ਪੁਰ ਦੀ ਛਾਉਣੀ ਤੇ ਦੁਬਾਰਾ ਪੱਕੇ ਪੈਰੀਂ ਹਮਲਾ ਕਰਨ ਲਈ ਮਰ ਮਿਟਣ ਦੀ ਭਾਵਨਾ ਰੱਖਣ ਵਾਲੇ ਜ਼ਿਆਦਾ ਬੰਦਿਆਂ ਦੀ ਲੋੜ ਮਹਿਸੂਸ ਹੋਣ ਲੱਗ ਪਈ ਸੀ, ਜਿਸ ਦੇ ਲਈ ਭਾਈ ਰਣਧੀਰ ਸਿੰਘ ਜੀ ਦਾ ਸਹਿਯੋਗ ਜ਼ਰੂਰੀ ਹੋ ਗਿਆ ਸੀ। ਭਾਈ ਨਿਧਾਨ ਸਿੰਘ ਚੋਗਾ, ਭਾਈ ਗਾਂਧਾ ਸਿੰਘ ਤੇ ਭਾਈ ਉੱਤਮ ਸਿੰਘ ਹਾਂਸ ਤਾਂ ਪਹਿਲਾਂ ਹੀ ਭਾਈ ਸਾਹਿਬ ਨੂੰ ਅਕਸਰ ਮਿਲਦੇ ਰਹਿੰਦੇ ਸਨ। ਹੁਣ ਭਾਈ ਕਰਤਾਰ ਸਿੰਘ ਸਰਾਭੇ ਨੇ ਵੀ ਜਥੇ ਨਾਲ ਨੇਮ ਪੂਰਵਕ ਰਾਬਤਾ ਬਣਾ ਲਿਆ ਸੀ। ਬੰਗਾਲੀਆਂ ਨਾਲ ਦੁਬਾਰਾ ਮੇਲ ਜੋਲ। ਪਿਛਲੇ ਕਾਂਡ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਸਚਿੰਦਰ ਨਾਥ ਸਾਨਿਆਲ ਤੇ ਰਾਸ ਬਿਹਾਰੀ ਬੋਸ ਨੇ ਗਦਰ ਪਾਰਟੀ ਨਾਲ ਦੁਬਾਰਾ ਸੰਪਰਕ ਬਣਾਉਣ ਲਈ ਦਸੰਬਰ 1914 ਵਿੱਚ ਵਿਸ਼ਨੂੰ ਗਣੇਸ਼ ਪਿਗਲੇ ਨੂੰ ਬਨਾਰਸ ਤੋਂ ਪੰਜਾਬ ਭੇਜਿਆ ਸੀ। ਪਿਗਲੇ ਦਸੰਬਰ ਦੇ ਤੀਜੇ ਹਫ਼ਤੇ ਦੇ ਅਖੀਰ ਜਿਹੇ ਵਿੱਚ ਪੰਜਾਬ ਆਇਆ ਸੀ। ਸਾਨਿਆਲ ਨੇ ਉਸ ਨੂੰ ਕਪੂਰਥਲੇ ਰਾਮ ਸ਼ਰਨ ਦਾਸ ਦੇ ਅੱਡੇ ਦਾ ਪਤਾ ਦੇ ਦਿੱਤਾ ਸੀ। ਪਿਗਲੇ ਬਨਾਰਸ ਤੋਂ ਸਿੱਧਾ ਕਪੂਰਥਲੇ ਗਿਆ ਅਤੇ ਉੱਥੇ ਉਸਨੇ ਰਾਮ ਸ਼ਰਨ ਦਾਸ ਰਾਹੀਂ ਕਰਤਾਰ ਸਿੰਘ ਸਰਾਭਾ, ਨਿਧਾਨ ਸਿੰਘ ਚੋਗਾ ਤੇ ਪਰਮਨੰਦ ਝਾਂਸੀ ਨਾਲ ਲੰਬੀਆਂ ਵਿਚਾਰਾਂ ਕੀਤੀਆਂ। ਉਸ ਨੇ ਉਹਨਾਂ ਨੂੰ ਬੰਗਾਲ ਦਾ ਹਾਲ ਚਾਲ ਦੱਸਿਆ ਤੇ ਉਹਨਾਂ ਕੋਲੋਂ ਪੰਜਾਬ ਦੇ ਹਾਲਾਤ ਬਾਰੇ ਜਾਣਿਆ। ਪੰਜਾਬ ਦੇ ਗਦਰੀਆਂ ਨੇ ਪਿਗਲੇ ਕੋਲ ਇੱਕ ਤਾਂ ਬੰਗਾਲ ਤੋਂ ਬੰਬ ਆਦਿ ਲਿਆਉਣ ਦੀ ਤੱਦੀ ਪ੍ਰਗਟਾਈ ਅਤੇ ਦੂਜਾ ਰਾਸ ਬਿਹਾਰੀ ਬੋਸ ਨੂੰ ਪੰਜਾਬ ਲਿਆਉਣ ਤੇ ਜ਼ੋਰ ਦਿੱਤਾ। ਪੰਜਾਬ ਦੇ ਗਦਰੀਆਂ ਨਾਲ ਇੱਕ ਹਫ਼ਤਾ ਗੁਜ਼ਾਰਨ ਅਤੇ ਸਮੁੱਚੀ ਹਾਲਤ ਦਾ ਭਰਵਾਂ ਜਾਇਜ਼ਾ ਲੈਣ ਤੋਂ ਬਾਅਦ ਪਿਗਲੇ ਬੰਗਾਲੀ ਆਗੂਆਂ ਨੂੰ ਪੰਜਾਬ ਦੀ ਖਬਰ ਦੇਣ ਲਈ ਕਾਸ਼ੀ ਚਲਾ ਗਿਆ। ਬੰਗਾਲੀ ਆਗੂਆਂ ਨੇ ਪੰਜਾਬ ਦੀ ਸਮੁੱਚੀ ਹਾਲਤ ਉੱਤੇ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਰਾਸ ਬਿਹਾਰੀ ਬੋਸ ਦੇ ਪੰਜਾਬ ਜਾਣ ਤੋਂ ਪਹਿਲਾਂ ਸਾਨੇਵਾਲ ਨੂੰ ਇੱਕ ਵਾਰ ਫਿਰ ਪੰਜਾਬ ਜਾਣਾ ਚਾਹੀਦਾ ਹੈ, ਤਾਂ ਜੋ ਬੋਸ ਦੇ ਉੱਥੇ ਰਹਿਣ ਤੇ ਕੰਮ ਕਰਨ ਲਈ ਮੁਨਾਸਬ ਜਥੇਬੰਦ ਇੰਤਜ਼ਾਮ ਕੀਤੇ ਜਾਣ।
ਇਸ ਫੈਸਲੇ ਅਨੁਸਾਰ ਸਾਨੇਵਾਲ ਤੇ ਪਿਗਲੇ ਇਕੱਠੇ ਪੰਜਾਬ ਨੂੰ ਚੱਲ ਪਏ। ਸਾਨੇਵਾਲ ਨੇ ਆਪਣੀ ਇਸ ਦੂਜੀ ਪੰਜਾਬ ਯਾਤਰਾ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ। ਦਸੰਬਰ ਮਹੀਨੇ ਦੀ ਇੱਕ ਸਵੇਰ ਨੂੰ ਕਾਫੀ ਠੰਡ ਪੈ ਰਹੀ ਸੀ, ਜਦ ਮੈਂ ਸਧਾਰਨ ਹਿੰਦੁਸਤਾਨੀ ਦੇ ਪਹਿਰਾਵੇ ਵਿੱਚ ਪਿਗਲੇ ਨਾਲ ਅੰਮ੍ਰਿਤਸਰ ਪਹੁੰਚਿਆ। ਨੋਟ: ਇਸ ਤੋਂ ਅੱਗੇ ਸਾਨੇਵਾਲ ਨੇ ਇਹ ਲਿਖਿਆ ਹੈ ਕਿ ਮੂਲਾ ਸਿੰਘ ਨਾਲ ਮੇਰੀ ਮੁਲਾਕਾਤ ਕਰਵਾ ਕੇ ਪਿਗਲੇ ਹੋਰ ਜਾਣੇ ਪਛਾਣੇ ਸਿੱਖਾਂ ਦੀ ਤਲਾਸ਼ ਵਿੱਚ ਮੁਕਤਸਰ ਦੇ ਮੇਲੇ ਚਲੇ ਗਏ। ਉਹੀ ਮੁਕਤਸਰ ਮਾਘੀ ਦਾ ਮੇਲਾ ਹਮੇਸ਼ਾ 12 ਤੋਂ 14 ਜਨਵਰੀ ਦਰਮਿਆਨ ਹੁੰਦਾ ਹੈ, ਜਿਸ ਕਰਕੇ ਵੱਧ ਸੰਭਾਵਨਾ ਇਹ ਹੈ ਕਿ ਸਾਨੇਵਾਲ ਤੇ ਪਿਗਲੇ ਪੰਜਾਬ ਵਿੱਚ ਦਸੰਬਰ ਮਹੀਨੇ ਵਿੱਚ ਨਹੀਂ, ਜਨਵਰੀ ਦੇ ਦੂਜੇ ਹਫ਼ਤੇ ਦੇ ਆਰੰਭ ਵਿੱਚ ਆਏ ਹੋਣਗੇ। ਨੋਟ ਸਮਾਪਤ। ਮੈਂ ਤਾਂ ਪੰਜਾਬੀ ਬੋਲ ਨਹੀਂ ਸੀ ਸਕਦਾ, ਪਰ ਪਿਗਲੇ ਨੂੰ ਇਹਦਾ ਕਾਫੀ ਅਭਿਆਸ ਸੀ। ਅਮਰੀਕਾ ਪੜ੍ਹਨ ਜਾਣ ਤੋਂ ਪਹਿਲਾਂ ਪਿਗਲੇ ਸਾਧੂ ਬਣ ਗਿਆ ਸੀ ਅਤੇ ਉਦੋਂ ਉਸਨੇ ਕੁਝ ਸਮਾਂ ਪੰਜਾਬ ਵਿੱਚ ਗੁਜ਼ਾਰਿਆ ਸੀ, ਜਿਸ ਕਰਕੇ ਉਹ ਪੰਜਾਬੀ ਬੋਲਣ ਸਮਝਣ ਲੱਗ ਪਿਆ ਸੀ। ਅਸੀਂ ਇੱਕ ਗੁਰਦੁਆਰੇ ਵਿੱਚ ਜਾ ਕੇ ਠਹਿਰੇ। ਇੱਥੇ ਪਿਗਲੇ ਨੇ ਇੱਕ ਪੰਜਾਬੀ ਮੁਖੀ ਨਾਲ ਮੇਰੀ ਜਾਣ ਪਛਾਣ ਕਰਾਈ। ਉਹਦਾ ਨਾਮ ਮੂਲਾ ਸਿੰਘ ਸੀ। ਇਸ ਸਮੇਂ ਮੈਂ ਬਹੁਤ ਸਾਰੇ ਪੇਂਡੂ ਸਿੱਖਾਂ ਨੂੰ ਇੱਥੇ ਆਉਂਦੇ ਜਾਂਦੇ ਵੇਖਿਆ ਸੀ। ਇਹ ਜ਼ਿਆਦਾਤਰ ਕਿਸਾਨ ਜਾਂ ਮਜ਼ਦੂਰ ਸਨ, ਪਰ ਇਹ ਵੀ ਦੇਸ਼ ਸੇਵਾ ਲਈ ਮਤਵਾਲੇ ਹੋ ਰਹੇ ਸਨ। ਸਿੱਖ ਸੰਪਰਦਾਇ ਦੀ ਅਜਿਹੀ ਹੀ ਸਿੱਖਿਆ ਦੀਖਿਆ ਹੈ। ਪਿਗਲੇ ਦੇ ਮੁਕਤਸਰ ਦੇ ਮੇਲੇ ਤੋਂ ਮੁੜਨ ਤੱਕ ਸਾਨੇਵਾਲ ਸੰਤ ਗੁਲਾਬ ਸਿੰਘ ਦੀ ਧਰਮਸ਼ਾਲਾ ਵਿੱਚ ਹੀ ਟਿਕਿਆ ਰਿਹਾ, ਜਿੱਥੇ ਉਸ ਨੂੰ ਬਹੁਤ ਸਾਰੇ ਗਦਰੀ ਆ ਕੇ ਮਿਲਦੇ ਰਹੇ। ਇਹਨਾਂ ਗਦਰੀਆਂ ਨਾਲ ਹੋਈ ਵਿਚਾਰ ਚਰਚਾ ਤੋਂ ਉਸ ਨੂੰ ਪੰਜਾਬ ਦੇ ਇਨਕਲਾਬੀਆਂ ਦੇ ਸੁਭਾਅ, ਕੰਮ ਕਰਨ ਦੇ ਤਰੀਕਿਆਂ ਅਤੇ ਜਥੇਬੰਦੀ ਬਾਰੇ ਕਾਫੀ ਕੁਝ ਪਤਾ ਚੱਲ ਗਿਆ ਸੀ। ਪਿਗਲੇ ਜਦੋਂ ਮੁਕਤਸਰ ਤੋਂ ਮੁੜ ਕੇ ਆਇਆ ਤਾਂ ਉਦੋਂ ਤੱਕ ਕਰਤਾਰ ਸਿੰਘ ਸਰਾਭਾ ਸਮੇਤ ਹੋਰ ਬਹੁਤ ਸਾਰੇ ਅਹਿਮ ਗਦਰੀ ਵੀ ਉੱਥੇ ਇਕੱਠੇ ਹੋ ਗਏ ਸਨ। ਸਾਨੇਵਾਲ ਨੇ ਲਿਖਿਆ ਹੈ ਕਿ ਉਸ ਨੂੰ ਦੇਖ ਕੇ ਸਰਾਭਾ ਇੱਕਦਮ ਖਿੜ ਗਿਆ ਸੀ ਅਤੇ ਮਿਲਦਿਆਂ ਹੀ ਉਸ ਦਾ ਪਹਿਲਾ ਸਵਾਲ ਇਹ ਸੀ ਕਿ ਦੱਸੋ ਰਾਸ ਬਿਹਾਰੀ ਕਦੋਂ ਆਉਣਗੇ। ਸਾਨੇਵਾਲ ਨੇ ਉਸੇ ਫੁਰਤੀ ਨਾਲ ਉੱਤਰ ਦਿੱਤਾ, ਬਸ ਹੁਣ ਉਹਨਾਂ ਦਾ ਹੀ ਨੰਬਰ ਹੈ। ਇੱਥੇ ਰੁਕਣ ਲਈ ਕੁਝ ਇੰਤਜ਼ਾਮ ਹੋ ਜਾਏ ਅਤੇ ਤੁਹਾਡਾ ਕੰਮ ਵੀ ਕੁਝ ਲੀਹ ਤੇ ਆ ਜਾਏ, ਬਸ ਉਹਨਾਂ ਦੇ ਆਉਣ ਵਿੱਚ ਦੇਰ ਨਹੀਂ। ਸਚਿੰਦਰ ਨਾਥ ਸਾਨੇਵਾਲ ਨੂੰ ਪੰਜਾਬ ਦੇ ਗਦਰੀ ਇਨਕਲਾਬੀਆਂ ਨਾਲ ਹੋਈਆਂ ਗੱਲਾਂ ਤੋਂ ਉਹਨਾਂ ਦੀਆਂ ਕੁਝ ਜਥੇਬੰਦਕ ਕਮਜ਼ੋਰੀਆਂ ਦਾ ਅਹਿਸਾਸ ਹੋ ਗਿਆ ਸੀ। ਉਸ ਨੂੰ ਪਤਾ ਲੱਗਾ ਕਿ ਇਹ ਗਦਰੀ ਇਸ ਤਰ੍ਹਾਂ ਜਨਤਕ ਥਾਵਾਂ, ਗੁਰਦੁਆਰੇ, ਸਰਾਵਾਂ, ਰੇਲ ਸਟੇਸ਼ਨਾਂ, ਅੱਡਿਆਂ ਤੇ ਨਹਿਰਾਂ, ਸੂਇਆਂ ਦੇ ਪੁਲ ਆਦਿ ਤੇ ਆਪਸ ਵਿੱਚ ਇਕੱਠੇ ਹੋ ਜਾਂਦੇ ਸਨ ਅਤੇ ਜ਼ਰੂਰੀ ਗੱਲਾਂ ਕਰਨ ਤੋਂ ਬਾਅਦ ਫਿਰ ਇੱਧਰ ਉੱਧਰ ਖਿੰਡ ਜਾਂਦੇ ਸਨ। ਉਹਨਾਂ ਦਾ ਆਪਸ ਵਿੱਚ ਮਿਲਣ ਜਾਂ ਇੱਕ ਦੂਜੇ ਨਾਲ ਸੰਪਰਕ ਕਰਨ ਲਈ ਨਿਸ਼ਚਿਤ ਕੀਤਾ ਪੱਕਾ ਟਿਕਾਣਾ ਕੋਈ ਨਹੀਂ ਸੀ। ਸਾਨੇਵਾਲ ਨੇ ਆਪਣੇ ਬੰਗਾਲ ਦੇ ਤਜਰਬੇ ਦੇ ਆਧਾਰ ਤੇ ਪੰਜਾਬ ਦੇ ਗਦਰੀਆਂ ਨੂੰ ਕੁਝ ਜ਼ਰੂਰੀ ਜਥੇਬੰਦਕ ਇੰਤਜ਼ਾਮ ਕਰਨ ਲਈ ਕਿਹਾ। ਬੰਗਾਲੀਆਂ ਨੇ ਜਥੇਬੰਦੀ ਦੇ ਪ੍ਰਮੁੱਖ ਆਗੂਆਂ ਦੇ ਰਹਿਣ ਲਈ ਵੱਡੇ ਸ਼ਹਿਰਾਂ ਅੰਦਰ ਕੁਝ ਮਕਾਨ ਕਿਰਾਏ ਤੇ ਲੈ ਰੱਖੇ ਸਨ, ਜਿਨ੍ਹਾਂ ਦਾ ਬਹੁਤ ਹੀ ਥੋੜੇ ਵਿਅਕਤੀਆਂ ਨੂੰ ਪਤਾ ਹੁੰਦਾ ਸੀ। ਇਸੇ ਤਰ੍ਹਾਂ ਹੀ ਕੁਝ ਮਕਾਨ ਇੱਕ ਦੂਜੇ ਨੂੰ ਮਿਲਣ ਤੇ ਸੁਨੇਹਾ ਪਤਾ ਦੇਣ ਲਈ ਰੱਖੇ ਹੁੰਦੇ ਸਨ। ਇਸ ਰੌਸ਼ਨੀ ਵਿੱਚ ਸਾਨੇਵਾਲ ਨੇ ਕਰਤਾਰ ਸਿੰਘ ਸਰਾਭਾ ਨੂੰ ਉਹਨਾਂ ਦੀਆਂ ਜਥੇਬੰਦਕ ਕਮਜ਼ੋਰੀਆਂ ਤੋਂ ਜਾਣੂ ਕਰਵਾ ਦਿੱਤਾ ਅਤੇ ਕਿਹਾ ਕਿ ਰਾਸ ਬਿਹਾਰੀ ਦੇ ਰਹਿਣ ਲਈ ਅੰਮ੍ਰਿਤਸਰ ਤੇ ਲਾਹੌਰ ਵਿੱਚ ਕੁਝ ਮਕਾਨ ਕਿਰਾਏ ਤੇ ਲਏ ਜਾਣ। ਇਹ ਕੰਮ ਹੁੰਦਿਆਂ ਹੀ ਰਾਸ ਬਿਹਾਰੀ ਪੰਜਾਬ ਆ ਜਾਣਗੇ। ਸਾਰਿਆਂ ਨੇ ਬੰਗਾਲੀ ਆਗੂ ਦੀ ਇਹ ਤਜਵੀਜ਼ ਝੱਟ ਪ੍ਰਵਾਨ ਕਰ ਲਈ ਅਤੇ ਇਸ ਉੱਤੇ ਉਸੇ ਵੇਲੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਵਿੱਚ ਇੱਕ ਢੁਕਵਾਂ ਮਕਾਨ ਕਿਰਾਏ ਤੇ ਲੈ ਲਿਆ ਸੀ ਅਤੇ ਲਾਹੌਰ ਵਿੱਚ ਵੀ 2-3 ਮਕਾਨਾਂ ਦੀ ਤਲਾਸ਼ ਆਰੰਭ ਦਿੱਤੀ ਸੀ। ਦੋਵਾਂ ਧਿਰਾਂ ਨੂੰ ਦੁਵੱਲੇ ਫਾਇਦੇ। ਇਸ ਤਰ੍ਹਾਂ ਪੰਜਾਬ ਦੇ ਗਦਰੀਆਂ ਨੇ ਬੰਗਾਲੀਆਂ ਕੋਲੋਂ ਜਥੇਬੰਦਕ ਸਿੱਖਿਆ ਦੀਖਿਆ ਲਈ ਅਤੇ ਆਪਣੀਆਂ ਕਮਜ਼ੋਰੀਆਂ ਦੂਰ ਕੀਤੀਆਂ। ਇਵੇਂ ਹੀ ਬੰਗਾਲੀਆਂ ਨੇ ਵੀ ਪੰਜਾਬ ਦੇ ਇਨਕਲਾਬੀਆਂ ਕੋਲੋਂ ਰਾਜਸੀ ਪ੍ਰਚਾਰ ਤੇ ਕਾਰ ਵਿਹਾਰ ਬਾਰੇ ਕੁਝ ਨਵੇਂ ਗੁਰ ਹਾਸਲ ਕੀਤੇ। ਪੰਜਾਬ ਦੇ ਗਦਰੀਆਂ ਦੀਆਂ ਇਨਕਲਾਬੀ ਸਰਗਰਮੀਆਂ ਦੇ ਦੋ ਪਹਿਲੂਆਂ ਨੇ ਸਾਨੇਵਾਲ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ। ਬੰਗਾਲ ਅੰਦਰ ਉਹਨਾਂ ਦੀ ਜਥੇਬੰਦੀ ਨਿਰੋਲ ਪੜ੍ਹੇ ਲਿਖੇ ਸ਼ਹਿਰੀ ਮੱਧ ਵਰਗੀ ਨੌਜਵਾਨਾਂ ਤੱਕ ਸੀਮਤ ਸੀ। ਉਹਨਾਂ ਦਾ ਪੇਂਡੂ ਜਨਤਾ ਨਾਲ ਉੱਕਾ ਹੀ ਕੋਈ ਸਬੰਧ ਨਹੀਂ ਸੀ। ਇਸ ਕਰਕੇ ਸਾਨੇਵਾਲ ਦਾ ਜਦ ਪੰਜਾਬ ਅੰਦਰ ਆ ਕੇ ਗਦਰੀਆਂ ਨਾਲ ਮੇਲ ਮਿਲਾਪ ਹੋਇਆ ਤਾਂ ਉਹ ਇਹ ਵੇਖ ਕੇ ਦੰਗ ਰਹਿ ਗਿਆ ਸੀ ਕਿ ਉਹਨਾਂ ਵਿੱਚੋਂ ਵੱਡੀ ਗਿਣਤੀ ਅਨਪੜ੍ਹ ਪੇਂਡੂ ਕਿਸਾਨਾਂ ਤੇ ਕਿਰਤੀਆਂ ਦੀ ਸੀ।
ਪੜ੍ਹੇ ਲਿਖੇ ਮੱਧ ਵਰਗੀ ਨੌਜਵਾਨ ਨਾ ਮਾਤਰ ਸਨ। ਬੰਗਾਲੀਆਂ ਦਾ ਅਨਪੜ੍ਹ ਜਨਤਾ ਬਾਰੇ ਨਜ਼ਰੀਆ ਬੇਹੱਦ ਸਨਕੀ ਸੀ। ਉਹਨਾਂ ਦੀ ਭਾਰਤ ਨੂੰ ਆਜ਼ਾਦ ਕਰਾਉਣ ਦੀ ਰਾਜਸੀ ਪਲਾਨ ਅੰਦਰ ਪਿੰਡਾਂ ਦੀ ਅਨਪੜ੍ਹ ਜਨਤਾ ਦੀ ਭੂਮਿਕਾ ਨੂੰ ਪੂਰਨ ਤੌਰ ਤੇ ਨਕਾਰ ਦਿੱਤਾ ਗਿਆ ਸੀ। ਅਜਿਹਾ ਉਹਨਾਂ ਦੀ ਕਿਸੇ ਗਲਤੀ ਜਾਂ ਉਕਾਈ ਦੀ ਵਜ੍ਹਾ ਕਰਕੇ ਨਹੀਂ ਹੋਇਆ ਸੀ। ਇਹ ਉਹਨਾਂ ਦੇ ਵਿਚਾਰਧਾਰਕ ਨਜ਼ਰੀਏ ਦਾ ਤਰਕਪੂਰਨ ਸਿੱਟਾ ਸੀ। ਜਿਵੇਂ ਕਿ ਪਿੱਛੇ ਦੂਜੇ ਕਾਂਡ ਵਿੱਚ ਦੱਸਿਆ ਗਿਆ ਹੈ, ਬਰਤਾਨਵੀ ਰਾਜ ਦੀ ਸਥਾਪਨਾ ਤੋਂ ਬਾਅਦ ਬੰਗਾਲ ਅੰਦਰ ਪੱਛਮੀ ਵਿਦਿਆ ਹਾਸਲ ਕਰਨ ਵਾਲੇ ਉੱਚ ਜਾਤੀ ਹਿੰਦੂ ਵਰਗ ਭੱਦਰ ਲੋਕ ਦੀ ਪਹਿਲੀ ਪੀੜ੍ਹੀ ਨੇ ਬਸਤੀਵਾਦੀ ਰਾਜ ਦਾ ਰਾਜਸੀ ਵਿਰੋਧ ਕਰਨ ਤੋਂ ਚੇਤੰਨ ਰੂਪ ਵਿੱਚ ਟਾਲਾ ਵੱਟੀ ਰੱਖਿਆ ਸੀ। ਇਸ ਦੀ ਬਜਾਏ ਉਹਨਾਂ ਨੇ ਹਿੰਦੂ ਸਮਾਜ ਦੀ ਬਿਹਤਰੀ ਲਈ ਬਰਤਾਨਵੀ ਹਾਕਮਾਂ ਦੀ ਸਰਪ੍ਰਸਤੀ ਹੇਠ ਉੱਚ ਜਾਤੀ ਹਿੰਦੂ ਵਰਗ ਦੀ ਵਿਦਿਅਕ ਤੇ ਸੱਭਿਆਚਾਰਕ ਉੱਨਤੀ ਵੱਲ ਉਚੇਚਾ ਧਿਆਨ ਦੇਣ ਦਾ ਕਾਰਜ ਕੱਢਿਆ ਸੀ। ਬੰਗਾਲੀ ਭੱਦਰ ਲੋਕ ਦੀ ਦੂਜੀ ਪੀੜ੍ਹੀ ਨੇ ਜਦੋਂ ਭਾਰਤ ਅੰਦਰ ਹਿੰਦੂ ਸੱਤਾ ਸਥਾਪਿਤ ਕਰਨ ਦਾ ਸੁਪਨਾ ਲੈਣਾ ਸ਼ੁਰੂ ਕਰ ਦਿੱਤਾ ਸੀ ਤਾਂ ਉਦੋਂ ਵੀ ਇਸ ਵਿੱਚ ਆਮ ਜਨਤਾ, ਖਾਸ ਕਰਕੇ ਅਨਪੜ੍ਹ ਪੇਂਡੂ ਜਨਤਾ ਦੀ ਕੋਈ ਭੂਮਿਕਾ ਨਹੀਂ ਮਿਥੀ ਗਈ ਸੀ। ਉਹਨਾਂ ਦੀ ਇਹ ਨਿਸ਼ਚਿਤ ਧਾਰਨਾ ਸੀ ਕਿ ਜਿੰਨਾ ਚਿਰ ਪੜ੍ਹੇ ਲਿਖੇ ਉੱਚ ਜਾਤੀ ਹਿੰਦੂ ਵਰਗ ਦਾ ਇਖਲਾਕੀ ਤੇ ਵਿਦਿਅਕ ਮਿਆਰ ਉੱਚਾ ਨਹੀਂ ਹੋ ਜਾਂਦਾ, ਉਹਨਾਂ ਚਿਰ ਅਨਪੜ੍ਹ ਜਨਤਾ ਨੂੰ ਰਾਜਸੀ ਖੇਤਰ ਅੰਦਰ ਸਰਗਰਮ ਕਰਨਾ ਠੀਕ ਨਹੀਂ ਸੀ। ਇਸ ਨਾਲ ਉੱਚ ਜਾਤੀ ਵਰਗ ਦੀ ਸਰਬ ਪ੍ਰਧਾਨਤਾ ਨੂੰ ਖਤਰਾ ਖੜਾ ਹੋ ਸਕਦਾ ਸੀ। ਆਸ਼ੀਸ਼ ਨੰਦੀ ਅਨੁਸਾਰ ਛਤਰ ਚੰਦਰ ਚੱਟੋਪਾਧਿਆਏ ਦੇ ਨਾਵਲ ਪਾਥਰਦਾਬੀ ਦਾ ਨਾਇਕ ਸਬਜਾਸੀ ਰਾਜਸੀ ਸ਼ਮੂਲੀਅਤ ਬਾਰੇ ਇਹ ਸਮਝ ਦੀ ਸ਼ੁੱਧ ਤਰਜਮਾਨੀ ਕਰਦਾ ਸੀ। 20ਵੀਂ ਸਦੀ ਦੇ ਮੁੱਢਲੇ ਬੰਗਾਲੀ ਹਿੰਦੂ ਕ੍ਰਾਂਤੀਕਾਰੀ ਇਸ ਵਿਰਾਸਤ ਨੂੰ ਪੂਰਨ ਵਫਾਦਾਰੀ ਨਾਲ ਪ੍ਰਣਾਏ ਹੋਏ ਸਨ। ਸਾਨੇਵਾਲ ਨੇ ਆਪ ਮੰਨਿਆ ਹੈ ਕਿ ਇਹ ਅਸੀਂ ਬਹੁਤ ਪਹਿਲਾਂ ਤੋਂ ਸਮਝਦੇ ਸੀ ਕਿ ਅਨਪੜ੍ਹ ਜਨਤਾ ਨੂੰ ਕਿਸੇ ਕੰਮ ਲਈ ਭੜਕਾ ਦੇਣਾ ਕੋਈ ਔਖਾ ਕੰਮ ਨਹੀਂ, ਪਰ ਨਾਲ ਹੀ ਅਸੀਂ ਇਹ ਵੀ ਜਾਣਦੇ ਸੀ ਕਿ ਸਿਰਫ ਜਨਤਾ ਨੂੰ ਭੜਕਾ ਦੇਣ ਨਾਲ ਹੀ ਸਾਡਾ ਉਦੇਸ਼ ਪੂਰਾ ਨਹੀਂ ਹੋ ਸਕਦਾ। ਇਸ ਲਈ ਅਸੀਂ ਇਸ ਕੰਮ ਵੱਲ ਵਿਸ਼ੇਸ਼ ਰੂਪ ਵਿੱਚ ਧਿਆਨ ਨਹੀਂ ਸੀ ਦਿੱਤਾ। ਸਾਡਾ ਵਿਚਾਰ ਸੀ ਕਿ ਪਹਿਲਾਂ ਦੇਸ਼ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਸ਼ਾਮਲ ਕਰਕੇ ਇੱਕ ਵਿਸ਼ਾਲ ਦੇਸ਼ ਵਿਆਪੀ ਸੰਗਠਨ ਤਿਆਰ ਕਰ ਲਿਆ ਜਾਵੇ ਅਤੇ ਫਿਰ ਉਸ ਤੋਂ ਬਾਅਦ ਜੇਕਰ ਦੇਸ਼ ਦੇ ਫੌਜੀ ਜਵਾਨਾਂ ਨੂੰ ਆਪਣੇ ਉਦੇਸ਼ ਦੀ ਸਿੱਖਿਆ ਦਿੱਤੀ ਜਾ ਸਕੇ ਤਾਂ ਹੀ ਕ੍ਰਾਂਤੀ ਦੀ ਨੀਂਹ ਪੱਕੀ ਹੋ ਸਕਦੀ ਹੈ। ਸਾਨੇਵਾਲ ਦੇ ਇਸ ਕਥਨ ਤੋਂ ਬੰਗਾਲੀ ਕ੍ਰਾਂਤੀਕਾਰੀਆਂ ਦਾ ਉੱਚ ਜਾਤੀ ਪੱਖਪਾਤੀ ਨਜ਼ਰੀਆ ਭਲੀ ਭਾਂਤ ਉਜਾਗਰ ਹੋ ਜਾਂਦਾ ਹੈ। ਉਪਰੋਕਤ ਵਿਚਾਰਧਾਰਕ ਤੱਥ ਤੋਂ ਇਲਾਵਾ ਬੰਗਾਲੀ ਕ੍ਰਾਂਤੀਕਾਰੀਆਂ ਨੇ ਅੰਗਰੇਜ਼ੀ ਰਾਜ ਦੇ ਖਾਤਮੇ ਲਈ ਜਿਹੜਾ ਅਨਾਰਕਿਸਟ ਤਰੀਕਾਕਾਰ ਇੱਕਾ ਦੁੱਕਾ ਹਥਿਆਰਬੰਦ ਵਾਰਦਾਤਾਂ ਦੇ ਜ਼ਰੀਏ ਹਕੂਮਤੀ ਹਲਕਿਆਂ ਅੰਦਰ ਖੌਫ ਪੈਦਾ ਕਰਨਾ ਚੁਣਿਆ ਸੀ, ਉਸ ਵਿੱਚ ਆਮ ਜਨਤਾ ਦੀ ਰਾਜਸੀ ਸ਼ਮੂਲੀਅਤ ਦੀ ਕੋਈ ਗੁੰਜਾਇਸ਼ ਨਹੀਂ ਸੀ। ਇਸ ਕਰਕੇ ਸਾਨੇਵਾਲ ਜਦੋਂ ਅਨਪੜ੍ਹ ਪੇਂਡੂ ਸਿੱਖਾਂ ਦੀ ਰਾਜਸੀ ਸੂਝ-ਬੂਝ ਤੇ ਜੋਸ਼ ਖਰੋਸ਼ ਵੇਖ ਕੇ ਪ੍ਰਭਾਵਿਤ ਤੇ ਉਤਸ਼ਾਹਿਤ ਵੀ ਹੋਇਆ ਤਾਂ ਵੀ ਉਸ ਦਾ ਬੰਗਾਲ ਦੀ ਅਨਪੜ੍ਹ ਜਨਤਾ ਬਾਰੇ ਨਜ਼ਰੀਆ ਨਾ ਪੱਖੀ ਹੀ ਬਣਿਆ ਰਿਹਾ ਸੀ। ਪੇਂਡੂ ਜਨਤਾ ਦੀ ਸ਼ਮੂਲੀਅਤ ਤੋਂ ਇਲਾਵਾ ਬੰਗਾਲੀ ਪੰਜਾਬੀ ਗਦਰੀਆਂ ਦੇ ਫੌਜਾਂ ਅੰਦਰ ਪ੍ਰਚਾਰ ਤੋਂ ਹੋਰ ਵੀ ਜ਼ਿਆਦਾ ਉਤਸ਼ਾਹਿਤ ਹੋਏ। ਉਹਨਾਂ ਨੇ ਇਸ ਪਾਸੇ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਸੀ। ਪੰਜਾਬ ਨੂੰ ਵੇਖ ਕੇ ਉਹਨਾਂ ਅੰਦਰ ਵੀ ਫੌਜ ਅੰਦਰ ਕੰਮ ਕਰਨ ਦੀ ਰੁਚੀ ਤੇ ਉਤਸ਼ਾਹ ਜਾਗ ਉੱਠਿਆ ਸੀ ਅਤੇ ਉਹਨਾਂ ਨੇ ਇਸ ਦਿਸ਼ਾ ਵਿੱਚ ਤੁਰਤ ਯਤਨ ਕਰਨੇ ਸ਼ੁਰੂ ਕਰ ਦਿੱਤੇ ਸਨ। ਸਰਦਾਰ ਜਗਜੀਤ ਸਿੰਘ ਨੇ ਬੰਗਾਲ ਤੇ ਪੰਜਾਬ ਦੇ ਇਨਕਲਾਬੀਆਂ ਦੇ ਇੱਕ ਦੂਜੇ ਤੇ ਪਏ ਹਾਂ ਪੱਖੀ ਅਸਰਾਂ ਦਾ ਲੇਖਾ ਜੋਖਾ ਕਰਦਿਆਂ ਸਿੱਟਾ ਕੱਢਿਆ ਕਿ ਦੇਸੀ ਫੌਜਾਂ ਨੂੰ ਹਥਿਆਰਬੰਦ ਬਗਾਵਤ ਦਾ ਧੁਰਾ ਬਣਾਉਣ ਦੀ ਸੰਭਾਵਨਾ ਬੰਗਾਲੀ ਦੇਸ਼ ਭਗਤਾਂ ਵਾਸਤੇ ਬਿਲਕੁਲ ਇੱਕ ਨਵਾਂ ਤਜਰਬਾ ਸੀ, ਕਿਉਂਕਿ ਬੰਗਾਲੀਆਂ ਦੀ ਫੌਜ ਵਿੱਚ ਗਿਣਤੀ ਨਾ ਹੋਇਆਂ ਦੇ ਬਰਾਬਰ ਹੋਣ ਕਰਕੇ ਉਹਨਾਂ ਨੂੰ ਇਸ ਬੰਨੇ ਕਾਰਗਰ ਕਦਮ ਪੁੱਟਣ ਦਾ ਕਦੇ ਪਹਿਲਾਂ ਅਵਸਰ ਨਹੀਂ ਸੀ ਮਿਲ ਸਕਿਆ। ਇੰਨਾ ਹੀ ਨਹੀਂ, ਪੰਜਾਬ ਤੋਂ ਮਿਲੇ ਉਤਸ਼ਾਹ ਨੇ ਮਾਯੂਸੀ ਦੇ ਆਲਮ ਵਿੱਚ ਵਿਚਰ ਰਹੇ ਬੰਗਾਲੀ ਕ੍ਰਾਂਤੀਕਾਰੀਆਂ ਦੇ ਹੌਸਲੇ ਵੀ ਬੁਲੰਦ ਕਰ ਦਿੱਤੇ ਸਨ। ਬੰਗਾਲ ਦੇ ਇਨਕਲਾਬੀਆਂ ਅੰਦਰ ਆਈ ਮਾਯੂਸੀ ਦਾ ਪਤਾ ਇਸ ਗੱਲ ਤੋਂ ਚੱਲਦਾ ਹੈ ਕਿ ਸੰਸਾਰ ਜੰਗ ਛਿੜ ਪੈਣ ਉੱਤੇ ਜਦੋਂ ਸਿੱਖਾਂ ਨੇ ਅਮਰੀਕਾ, ਕੈਨੇਡਾ ਤੇ ਧੁਰ ਪੂਰਬ ਦੇ ਟਾਪੂਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੇ ਵਤਨ ਵੱਲ ਵਹੀਰਾਂ ਘੱਤ ਦਿੱਤੀਆਂ ਸਨ ਤਾਂ ਬਹੁਤ ਸਾਰੇ ਬੰਗਾਲੀ ਕ੍ਰਾਂਤੀਕਾਰੀਆਂ ਨੇ
ਆਪਣੇ ਵਤਨ ਨੂੰ ਛੱਡ ਕੇ ਯੂਰਪ ਦੇ ਮੁਲਕਾਂ ਨੂੰ ਚਾਲੇ ਪਾ ਦਿੱਤੇ ਸਨ। ਸਰਦਾਰ ਜਗਜੀਤ ਸਿੰਘ ਨੇ ਸਚਿੰਦਰ ਨਾਥ ਸਾਨਿਆਲ ਦੇ ਸਵੈ ਕਥਨ ਦੇ ਆਧਾਰ ਤੇ ਇਹ ਠੀਕ ਨਿਰਣਾ ਕੱਢਿਆ ਹੈ ਕਿ ਗਦਰੀ ਇਨਕਲਾਬੀਆਂ ਦੀ ਫੌਜਾਂ ਤੱਕ ਪਹੁੰਚ ਕਰਨ ਦੀ ਹੱਦ ਨੂੰ ਵੇਖ ਕੇ ਅਤੇ ਇਸ ਦੀ ਰੌਸ਼ਨੀ ਵਿੱਚ ਫੌਜਾਂ ਦੀ ਮਦਦ ਨਾਲ ਇਨਕਲਾਬੀ ਯਤਨਾਂ ਦੀ ਸਫਲਤਾ ਦੀ ਸੰਭਾਵਨਾ ਨੇ ਨਾ ਕੇਵਲ ਬੰਗਾਲੀ ਇਨਕਲਾਬੀਆਂ ਨੂੰ ਫੌਜਾਂ ਵਿੱਚ ਕੋਸ਼ਿਸ਼ ਕਰਨ ਦੇ ਇੱਕ ਨਵੇਂ ਕੰਮ ਦੀ ਪ੍ਰੇਰਣਾ ਦਿੱਤੀ, ਬਲਕਿ ਬੰਗਾਲ ਦੇ ਤਰਾਸਵਾਦੀ ਛੋਟੇ-ਛੋਟੇ ਦਲਾਂ ਨੂੰ ਇੱਕ ਲੜੀ ਵਿੱਚ ਪਰੋਣ ਦੀ ਪ੍ਰੇਰਣਾ ਵੀ ਇਸੇ ਤੋਂ ਮਿਲੀ। ਇਸ ਦੀ ਪੁਸ਼ਟੀ ਸਾਨਿਆਲ ਦੇ ਇਸ ਕਥਨ ਤੋਂ ਹੁੰਦੀ ਹੈ। ਬੰਗਾਲ ਦੇ ਵੱਖੋ ਵੱਖਰੇ ਦਲਾਂ ਦਾ ਇੱਕ ਹੋਣਾ ਉਦੋਂ ਹੀ ਸੰਭਵ ਹੋਇਆ ਜਿਸ ਦਿਨ ਪੰਜਾਬ ਵਿੱਚ ਗਦਰ ਹੋਣ ਦੀਆਂ ਤਿਆਰੀਆਂ ਦੀ ਖਬਰ ਨਾਲ ਕਿਸੇ ਨਵੇਂ ਕੰਮ ਦੀ ਪ੍ਰੇਰਣਾ ਨੇ ਸਾਰਿਆਂ ਨੂੰ ਉਤਾਵਲਾ ਕਰ ਦਿੱਤਾ ਸੀ। ਇਸ ਤਰ੍ਹਾਂ ਜਗਜੀਤ ਸਿੰਘ ਅਨੁਸਾਰ ਭਾਵੇਂ ਬੰਗਾਲੀ ਦੇਸ਼ ਭਗਤਾਂ ਨੇ ਹਿੰਦ ਵਿੱਚ ਗਦਰ ਪਾਰਟੀ ਲਹਿਰ ਨੂੰ ਆਪਣੇ ਤਰੀਕਾਕਾਰਾਂ ਦੀ ਮਾੜੀ ਜੀ ਰੰਗਤ ਦਿੱਤੀ, ਪਰ ਉਹ ਵੀ ਸਮੁੱਚੇ ਤੌਰ ਤੇ ਇੱਕ ਨਵਾਂ ਨਜ਼ਰੀਆ ਗ੍ਰਹਿਣ ਕਰਕੇ ਲਹਿਰ ਵਿੱਚ ਸ਼ਾਮਲ ਹੋਏ। ਧਾਰਮਿਕ ਪੱਖ। ਸਚਿੰਦਰ ਨਾਥ ਸਾਨਿਆਲ ਨੇ ਸਿੱਖ ਗਦਰੀਆਂ ਦੀ ਧਾਰਮਿਕ ਲਗਨ, ਨਿਹਚਾ ਅਤੇ ਰਹਿਤ ਬਹਿਤ ਦੀ ਖੁੱਲ੍ਹ ਕੇ ਤਾਰੀਫ ਕੀਤੀ ਹੈ। ਪੰਜਾਬ ਅੰਦਰ ਇੱਕ ਹਫ਼ਤੇ ਦੇ ਨਿਵਾਸ ਦੌਰਾਨ ਉਸਨੇ ਸਿੱਖਾਂ ਬਾਰੇ ਜੋ ਚੰਗੇ ਪ੍ਰਭਾਵ ਗ੍ਰਹਿਣ ਕੀਤੇ ਉਸ ਦਾ ਵਰਣਨ ਉਸਨੇ ਇਸ ਤਰ੍ਹਾਂ ਕੀਤਾ ਹੈ। ਮੈਂ ਇਸ ਵਾਰ ਹਫ਼ਤਾ ਭਰ ਇਹਨਾਂ ਲੋਕਾਂ ਨਾਲ ਰਿਹਾ, ਇਸ ਲਈ ਇਹਨਾਂ ਦੇ ਬਹੁਤ ਸਾਰੇ ਆਚਾਰ ਤੇ ਵਿਹਾਰ ਨੂੰ ਮੈਂ ਨੇੜਿਓਂ ਦੇਖਿਆ। ਇਹ ਲੋਕ ਕੜਾਕੇ ਦੀ ਠੰਡ ਵਿੱਚ ਵੀ ਤੜਕੇ ਨਹਾ ਧੋ ਕੇ ਗ੍ਰੰਥ ਸਾਹਿਬ ਦਾ ਪਾਠ ਆਦਿ ਕਰਿਆ ਕਰਦੇ ਸਨ। ਇਹਨਾਂ ਦਾ ਆਪਸ ਵਿੱਚ ਵਿਹਾਰ ਬਹੁਤ ਹੀ ਵਧੀਆ ਸੀ। ਇੱਕ ਦੂਜੇ ਨੂੰ ਬੁਲਾਉਂਦਿਆਂ ਜਾਂ ਗੱਲਬਾਤ ਕਰਦਿਆਂ ਇਹ ਸੰਤੋ, ਸੱਜਣ, ਬਾਦਸ਼ਾਹੋ ਆਦਿ ਸਨਮਾਨਜਨਕ ਸ਼ਬਦਾਂ ਤੋਂ ਇਲਾਵਾ ਕੋਈ ਹੋਰ ਸ਼ਬਦ ਨਹੀਂ ਵਰਤਿਆ ਕਰਦੇ ਸਨ। ਇਸ ਵਾਰ ਭਾਈ ਨਿਧਾਨ ਸਿੰਘ ਨਾਲ ਮੇਰੀ ਮੁਲਾਕਾਤ ਹੋਈ। ਇਹ 50 ਸਾਲ ਦੇ ਬਜ਼ੁਰਗ ਸਿੱਖ ਸਨ। ਇਹ ਕੋਈ 30-35 ਸਾਲਾਂ ਤੋਂ ਦੇਸ਼ ਤੋਂ ਬਾਹਰ ਸਨ ਅਤੇ ਚੀਨ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਨੇ ਇੱਕ ਚੀਨੀ ਇਸਤਰੀ ਨਾਲ ਵਿਆਹ ਕਰ ਲਿਆ ਸੀ। ਮੈਂ ਇਹਨਾਂ ਨੂੰ ਅਕਸਰ ਧਰਮ ਚਰਚਾ ਅਤੇ ਧਰਮ ਗ੍ਰੰਥਾਂ ਦਾ ਪਾਠ ਕਰਦਿਆਂ ਦੇਖਦਾ ਸੀ। ਇੱਕ ਵਾਰ ਸਟੇਸ਼ਨ ਤੇ ਜਾ ਕੇ ਵੇਖਿਆ ਕਿ ਉੱਥੇ ਪਲੇਟਫਾਰਮ ਤੇ ਬੈਠੇ ਛੋਟੀ ਜੀ ਧਾਰਮਿਕ ਪੁਸਤਕ ਨੂੰ ਮਨ ਹੀ ਮਨ ਪੜ੍ਹ ਰਹੇ ਸਨ। ਇਹ ਸਿਰਫ ਦਿਖਾਵੇ ਲਈ ਹੀ ਅਜਿਹਾ ਨਹੀਂ ਸਨ ਕਰਦੇ, ਕਿਉਂਕਿ ਮੈਂ ਅੰਡੇਮਾਨ ਵਿੱਚ ਵੀ ਇਹਨਾਂ ਦੀ ਇਹੀ ਦਸ਼ਾ ਦੇਖੀ ਸੀ। ਮੈਂ ਇਹਨਾਂ ਵਰਗਾ ਤੇਜ਼ ਨੌਜਵਾਨਾਂ ਵਿੱਚ ਵੀ ਨਹੀਂ ਦੇਖਿਆ। ਸਿੱਖਾਂ ਦਾ ਇਸ ਕਿਸਮ ਦਾ ਧਾਰਮਿਕ ਕਿਰਦਾਰ ਅਤੇ ਵਿਹਾਰ ਵੇਖ ਕੇ ਉਸ ਨੂੰ ਬੰਗਾਲ ਦੀ ਜਨਤਾ ਅਤੇ ਪੜ੍ਹੇ ਲਿਖੇ ਵਰਗ ਅੰਦਰ ਇਸ ਭਾਵ ਦੀ ਕਮੀ ਬੇਹੱਦ ਰੜਕੀ। ਇਸ ਪੱਖ ਨੂੰ ਲੈ ਕੇ ਉਸ ਦੇ ਮਨ ਅੰਦਰ ਬੰਗਾਲ ਦੇ ਲੋਕਾਂ ਪ੍ਰਤੀ ਗਿਲਾ ਪੈਦਾ ਹੋਇਆ। ਅਸਲ ਵਿੱਚ ਉਸ ਦਾ ਅਤੇ ਉਸ ਦੇ ਸਾਥੀ ਇਨਕਲਾਬੀਆਂ ਦਾ ਆਪਣੇ ਧਰਮ ਨਾਲ ਬਹੁਤ ਸੰਵੇਗਸ਼ੀਲ ਸਨੇਹ ਸੀ। ਉਹਨਾਂ ਦੀ ਧਾਰਨਾ ਸੀ ਕਿ ਜੇਕਰ ਬੰਗਾਲ ਦੀ ਬਾਕੀ ਹਿੰਦੂ ਜਨਤਾ ਵੀ ਹਿੰਦੂ ਧਰਮ ਨੂੰ ਉਹਨਾਂ ਜਿੰਨੀ ਹੀ ਸ਼ਿੱਦਤ ਨਾਲ ਪਿਆਰ ਕਰਨ ਲੱਗ ਪਵੇ ਤਾਂ ਭਾਰਤ ਨੂੰ ਵਿਦੇਸ਼ੀ ਗੁਲਾਮੀ ਦੇ ਜੂਲੇ ਤੋਂ ਮੁਕਤ ਕਰਾਉਣ ਦਾ ਕਾਰਜ ਬਹੁਤ ਸਹਿਲ ਹੋ ਸਕਦਾ ਸੀ। ਜਦੋਂ ਉਹ ਆਪਣੇ ਦਿਲ ਦੀ ਤਮੰਨਾ ਤੇ ਹਕੀਕਤ ਵਿੱਚ ਵੱਡਾ ਪਾੜਾ ਦੇਖਦੇ ਸਨ ਤਾਂ ਉਹਨਾਂ ਨੂੰ ਮਾਯੂਸੀ ਹੁੰਦੀ ਸੀ। ਇਸ ਵਿੱਚੋਂ ਉਹਨਾਂ ਨੂੰ ਬਾਜੇ ਵਕਤ ਬੰਗਾਲ ਦੀ ਅਨਪੜ੍ਹ ਜਨਤਾ ਜਾਹਲ ਜਾਪਣ ਲੱਗ ਪੈਂਦੀ ਸੀ। ਅਜਿਹਾ ਹੋਣਾ ਕੁਦਰਤੀ ਸੀ, ਕਿਉਂਕਿ ਅਸਲ ਵਿੱਚ ਬੰਗਾਲ ਦੇ ਹਿੰਦੂ ਕ੍ਰਾਂਤੀਕਾਰੀਆਂ ਦੀ ਅਸ਼ੋਪਲੇ ਤੌਰ ਤੇ ਹੀ ਬਾਕੀ ਹਿੰਦੂ ਸਮਾਜ ਨਾਲੋਂ ਇੱਕ ਧਾਰਮਿਕ ਦੂਰੀ ਪੈਦਾ ਹੋ ਗਈ ਸੀ। ਹਿੰਦੂ ਕ੍ਰਾਂਤੀਕਾਰੀਆਂ ਦੀ ਧਾਰਮਿਕ ਨਿਸ਼ਠਾ ਬਾਰੇ ਕੋਈ ਸ਼ੱਕ ਨਹੀਂ ਸੀ, ਪਰ ਬੰਗਾਲ ਦੀ ਅਨਪੜ੍ਹ ਹਿੰਦੂ ਜਨਤਾ ਦੇ ਮੁਕਾਬਲੇ ਪੱਛਮ ਦੇ ਵਿਨਾਸ਼ਕਾਰੀ ਪ੍ਰਭਾਵਾਂ ਦੀ ਬਦੌਲਤ ਉਹਨਾਂ ਦਾ ਧਰਮ ਬਾਰੇ ਨਜ਼ਰੀਆ ਰਵਾਇਤੀ ਨਹੀਂ ਰਿਹਾ ਸੀ। ਇਸ ਵਿੱਚ ਅਹਿਮ ਬਦਲਾਅ ਆ ਗਿਆ ਸੀ। ਧਰਮ ਬਾਰੇ ਰਵਾਇਤੀ ਪਹੁੰਚ ਨੂੰ ਛੱਡ ਕੇ ਉਹਨਾਂ ਨੇ ਇਸ ਨੂੰ ਆਪਣੇ ਸਮਕਾਲੀ ਰਾਜਸੀ ਹਿੱਤਾਂ ਦੇ ਅਨੁਕੂਲ ਸਾਧਨ ਅਰਥਾਤ ਇਸ ਨੂੰ ਜੂਝਣ ਰਾਸ਼ਟਰਵਾਦ ਦੀ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਦਾ ਵਸੀਲਾ ਬਣਾਉਣ ਦੀ ਉਪਯੋਗਤਾਵਾਦੀ ਪਹੁੰਚ ਅਪਣਾ ਲਈ ਸੀ। ਉਹਨਾਂ ਨੇ ਪੱਛਮੀ ਨਮੂਨੇ ਦੇ ਰਾਸ਼ਟਰਵਾਦ ਦਾ ਹਿੰਦੂਕਰਨ ਕਰਦੇ ਹੋਏ ਧਾਰਮਿਕ ਵਿਸ਼ਵਾਸਾਂ, ਰਵਾਇਤਾਂ ਤੇ ਪ੍ਰਤੀਕਾਂ ਦਾ ਰਾਜਸੀ ਸੱਤਾ ਹਥਿਆਉਣ ਲਈ ਇਸਤੇਮਾਲ ਕਰਨ ਦੀ ਪਹੁੰਚ ਧਾਰਨ ਕਰ ਲਈ ਸੀ। ਉਦੋਂ ਅਜੇ ਬੰਗਾਲ ਦੀ ਬਾਕੀ ਹਿੰਦੂ ਜਨਤਾ, ਖਾਸ ਕਰਕੇ ਪੇਂਡੂ ਅਨਪੜ੍ਹ ਲੋਕਾਂ ਦੇ ਧਰਮ ਬਾਰੇ ਨਜ਼ਰੀਏ ਵਿੱਚ ਇਹ ਨਕਾਰਾਤਮਕ ਤਬਦੀਲੀ ਨਹੀਂ ਆਈ ਸੀ, ਜਿਸ ਕਰਕੇ ਹਿੰਦੂ ਕ੍ਰਾਂਤੀਕਾਰੀਆਂ ਨੇ
ਦੇਸ਼ ਦੀ ਆਜ਼ਾਦੀ ਦੀ ਲੜਾਈ ਅੰਦਰ ਆਮ ਜਨਤਾ ਦੀ ਸ਼ਮੂਲੀਅਤ ਕਰਾਉਣ ਦੀ ਬਜਾਏ ਅਨਾਰਕਿਜ਼ਮ ਦਾ ਆਸਰਾ ਲੈ ਲਿਆ ਸੀ। ਇਸ ਦੀ ਤੁਲਨਾ ਵਿੱਚ ਸਿੱਖ ਗਦਰੀਆਂ ਦਾ ਧਰਮ ਬਾਰੇ ਨਜ਼ਰੀਆ ਰਵਾਇਤੀ ਸੀ। ਉਹਨਾਂ ਲਈ ਧਰਮ ਮੂਲ ਰੂਪ ਵਿੱਚ ਵਿਅਕਤੀ ਤੇ ਸਮਾਜ ਦਾ ਰੂਹਾਨੀ ਕਾਇਆਕਲਪ ਕਰਨ ਦਾ ਸਾਧਨ ਸੀ। ਕੌਮੀਅਤ, ਰਾਜ ਅਤੇ ਰਾਜਨੀਤੀ ਬਾਰੇ ਉਹਨਾਂ ਦੀ ਧਾਰਨਾ ਹਿੰਦੂ ਰਾਸ਼ਟਰਵਾਦੀਆਂ ਨਾਲੋਂ ਹਟ ਕੇ ਰੂਹਾਨੀ ਸੀ। ਇਸ ਕਰਕੇ ਹੀ ਉਹਨਾਂ ਦਾ ਆਪਸ ਵਿੱਚ ਵਿਹਾਰ ਬਹੁਤ ਹੀ ਵਧੀਆ ਸੀ। ਉਹਨਾਂ ਅੰਦਰ ਨਾ ਨਿਜਪ੍ਰਸਤੀ ਸੀ, ਨਾ ਆਪਸੀ ਸ਼ਰੀਕਾ ਸਾੜਾ ਸੀ, ਨਾ ਧੜੇਬਾਜ਼ੀ ਸੀ, ਨਾ ਸਵਾਰਥ ਤੇ ਨਾ ਹਉਮੈ ਸੀ, ਅਤੇ ਨਾ ਕਿਸੇ ਵੀ ਕਿਸਮ ਦਾ ਲੋਭ ਲਾਲਚ, ਨਾ ਦੌਲਤ ਦਾ, ਨਾ ਸ਼ੋਹਰਤ ਦਾ, ਨਾ ਰੁਤਬੇ ਦਾ ਤੇ ਨਾ ਸੱਤਾ ਦਾ, ਤੇ ਨਾ ਕੋਈ ਡਰ ਭੌ ਸੀ। ਇਹ ਤੱਥ ਬਹੁਤ ਅਹਿਮ ਹੈ ਕਿ ਬਾਹਰੋਂ ਆਏ ਜਿਹੜੇ ਸਿੱਖ ਗਦਰੀ ਧਰਮ ਵਿੱਚ ਪਰਪੱਕ ਸਨ, ਉਹਨਾਂ ਹਜ਼ਾਰਾਂ ਵਿੱਚੋਂ ਪੁਲਿਸ ਦੇ ਜ਼ਬਰ ਤੇ ਮੌਤ ਦੇ ਡਰ ਮੂਹਰੇ ਕੋਈ ਇੱਕ ਵੀ ਨਹੀਂ ਡੋਲਿਆ ਸੀ। ਭਾਈ ਰਣਧੀਰ ਸਿੰਘ ਜੀ ਦੇ ਸਾਰੇ ਜਥੇ ਵਿੱਚੋਂ ਕੇਵਲ ਇੱਕ ਸਿੰਘ ਨੇ ਹੀ ਕਮਜ਼ੋਰੀ ਦਿਖਾਈ ਸੀ। ਜ਼ਿਆਦਾਤਰ ਵਾਅਦਾ ਮੁਆਫ ਗਦਰੀਆਂ ਦੇ ਸਥਾਨਕ ਭਾਈਵਾਲਾਂ ਵਿੱਚੋਂ ਹੀ ਬਣੇ ਸਨ। ਬਾਹਰਲੇ ਸਿੱਖ ਗਦਰੀਆਂ ਚੋਂ ਜਿਹੜੇ ਵਿਅਕਤੀ ਵਾਅਦਾ ਮੁਆਫ ਗਵਾਹ ਬਣੇ ਸੀ, ਉਹਨਾਂ ਵਿੱਚੋਂ ਕੋਈ ਵੀ ਅਮਰੀਕਾ, ਕੈਨੇਡਾ ਦੇ ਟਕਸਾਲੀ ਗਦਰੀਆਂ ਵਿੱਚੋਂ ਨਹੀਂ ਸੀ। ਕਾਰਨ ਇਹ ਕਿ ਉਹ ਮੁੱਖ ਤੌਰ ਤੇ ਵੇਲੇ ਦੇ ਰਾਜਸੀ ਪ੍ਰਚਾਰ ਤੇ ਮਾਹੌਲ ਦੇ ਅਸਰ ਹੇਠ ਹੀ ਗਦਰੀਆਂ ਦੇ ਭਾਈਵਾਲ ਬਣੇ ਸਨ। ਉਹਨਾਂ ਦਾ ਆਤਮਿਕ ਕਾਇਆਕਲਪ ਨਹੀਂ ਹੋਇਆ ਸੀ। ਇਸ ਦੇ ਮੁਕਾਬਲੇ ਗਦਰੀਆਂ ਦੇ ਸਮਕਾਲੀ ਬੰਗਾਲੀ ਇਨਕਲਾਬੀਆਂ ਦੀਆਂ ਸਫਾਂ ਵਿੱਚ ਇਹਨਾਂ ਰੂਹਾਨੀ ਸਿਫਤਾਂ ਦੀ ਕਮੀ ਸਾਫ਼ ਨਜ਼ਰ ਆ ਜਾਂਦੀ ਹੈ। ਖੁਦ ਉਹਨਾਂ ਵਿੱਚੋਂ ਹੀ ਕੁਝ ਨੇ ਆਪਣੀਆਂ ਹੱਡ-ਬੀਤੀਆਂ ਬਿਆਨ ਕਰਦਿਆਂ ਹੋਇਆਂ ਬੰਗਾਲ ਦੇ ਇਨਕਲਾਬੀਆਂ ਅੰਦਰ ਫੈਲੀ ਨਿਜਪ੍ਰਸਤਾ, ਸਵਾਰਥ, ਹਉਮੈ, ਮਾਇਕ ਲਾਲਸਾ ਅਤੇ ਆਪਸੀ ਲਾਗ ਡਾਟ, ਧੜੇਬਾਜ਼ੀ ਤੇ ਫੁੱਟ ਦਾ ਖੁੱਲ੍ਹ ਕੇ ਜ਼ਿਕਰ ਕੀਤਾ ਹੈ। ਇਸ ਤੋਂ ਬਿਨਾਂ ਬਹੁਤ ਸਾਰੇ ਗੈਰ ਬੰਗਾਲੀ ਇਨਕਲਾਬੀਆਂ ਤੇ ਸਮਕਾਲੀ ਰਾਜਸੀ ਹਸਤੀਆਂ ਨੇ ਬੰਗਾਲੀ ਇਨਕਲਾਬੀਆਂ ਨਾਲ ਆਪਣੇ ਨਿੱਜੀ ਅਨੁਭਵਾਂ ਦੇ ਆਧਾਰ ਤੇ ਉਹਨਾਂ ਦੀ ਨੈਤਿਕ ਕੁਰੀਤੀਆਂ ਦਾ ਜ਼ਿਕਰ ਕੁੜੱਤਣ ਭਰੇ ਲਹਿਜੇ ਵਿੱਚ ਕੀਤਾ ਹੈ। ਕਾਕੋਰੀ ਕਾਂਡ ਦੇ ਪ੍ਰਸਿੱਧ ਸ਼ਹੀਦ ਰਾਮ ਪ੍ਰਸਾਦ ਬਿਸਮਲ ਦੀ ਸਵੈ ਜੀਵਨੀ, ਸਰਫਰੋਸ਼ੀ ਕੀ ਤਮੰਨਾ ਅਤੇ ਲਾਲਾ ਲਾਜਪਤ ਰਾਏ ਤੇ ਕੁਝ ਹੋਰਨਾਂ ਦੀਆਂ ਲਿਖਤਾਂ ਇਸ ਮਾਮਲੇ ਉੱਤੇ ਭਰਪੂਰ ਰੌਸ਼ਨੀ ਪਾਉਂਦੀਆਂ ਹਨ। ਪਰ ਇਸ ਦਾ ਅਰਥ ਇਹ ਨਹੀਂ ਲਿਆ ਜਾਣਾ ਚਾਹੀਦਾ ਕਿ ਬੰਗਾਲੀ ਇਨਕਲਾਬੀਆਂ ਵਿੱਚੋਂ ਕੋਈ ਵੀ ਸੱਚਾ ਸੁੱਚਾ ਨਹੀਂ ਸੀ। ਉਹਨਾਂ ਵਿੱਚੋਂ ਅਜਿਹੇ ਬਹੁਤ ਸਨ ਜਿਨ੍ਹਾਂ ਦੇ ਨੈਤਿਕ ਕਿਰਦਾਰ ਬਾਰੇ ਕੋਈ ਉਂਗਲ ਨਹੀਂ ਉਠਾਈ ਜਾ ਸਕਦੀ। ਸਚਿੰਦਰ ਨਾਥ ਸਾਹਨਿਆਲ ਤੇ ਰਾਸ ਬਿਹਾਰੀ ਬੋਸ ਇਸ ਲਿਹਾਜ਼ ਨਾਲ ਸ਼ੁੱਧ ਇਨਕਲਾਬੀ ਸਨ। ਕਿਤਾਬ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ, ਭਾਗ 28ਵਾਂ, ਲੇਖਕ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।